समाज का हर वर्ग, वो एडवोकेट्स होण, प्रोफैसर होण, विद्यार्थी होण, नौजवान होण, मजदूर होण, अज सारिਆਂ ਦਾ ਇਹ ਇੱਕ ਧਰਮ है। मैं कहांगे कि इसकी राखी ਲਈ ਸਭ ਨੂੰ। हेलो, नमस्कार। मैं आपके साथ सर्वेश कुमार, TRTI टीवी पर आपका स्वागत है। तो चलिए शुरू करते हैं। सारे ही पत्रकार साहिबान ਜਿਹੜੇ ਸਾਡੇ बहुत ही घट समय के सद्दे ते ਵੱਡੀ ਗਿਣਤੀ 'ਚ ਪਹੁੰਚੇ, ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇਹ ਪ੍ਰੈਸ ਕਾਨਫਰੰਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਲੀਗਲ ਪੈਨਲ ਜੇਲ੍ਹਾਂ ਦੇ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ, ਉਹਨਾਂ ਦੇ ਝੂਠੇ ਮੁਕੱਦਮੇ ਦੇ ਖਿਲਾਫ ਔਰ ਰਿਪਰੈਸ਼ਨ ਜਿਹੜਾ ਕਿਸਾਨ ਮੂਵਮੈਂਟ ਤੇ ਜਾਂ ਦੂਜੀ ਮੂਵਮੈਂਟ ਤੇ ਹੋ ਰਿਹਾ, ਉਹਦੇ ਖਿਲਾਫ ਲੜਨ ਦੇ ਲਈ ਬਣਾਇਆ ਗਿਆ ਸੀ। ਉਸ ਲੀਗਲ ਪੈਨਲ ਵੱਲੋਂ ਇਹ ਅੱਜ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਰੱਖੀ ਗਈ ਹੈ। ਅਸੀਂ ਸਿੰਘੂ ਬਾਰਡਰ ਤੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਮੇਸ਼ਾ ਅਪਡੇਟ ਬਰੀਫ ਕਰਦੇ ਰਹਿੰਦੇ ਹਾਂ ਉੱਥੇ, ਪਰ ਇਹ ਅਸੀਂ ਸੋਚਿਆ ਕਿ ਚੰਡੀਗੜ੍ਹ, ਕਿਉਂਕਿ ਪੰਜਾਬ ਤੋਂ ਬਹੁਤ ਜ਼ਿਆਦਾ ਕਿਸਾਨ ਔਰ ਨੌਜਵਾਨ ਜਿਹੜੇ ਬੱਚੇ ਵੀ ਸਨ, ਉਹਨਾਂ ਨੂੰ 26 ਔਰ 29 ਦੀ ਘਟਨਾਵਾਂ ਤੋਂ ਬਾਅਦ ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ। ਇਸ ਲਈ ਅਸੀਂ ਸਮਝਦੇ ਸੀ ਕਿ ਪੰਜਾਬ 'ਚ ਘੱਟੋ ਘੱਟ ਇਸ ਦੀ ਅਪਡੇਟ, ਇਸ ਲਈ ਅਸੀਂ ਜ਼ਰੂਰ ਇੱਥੇ ਇਹ ਜਾਣਕਾਰੀ ਦਈਏ ਔਰ ਤੁਹਾਡੇ ਨਾਲ ਸਾਂਝੀ ਵੀ ਕਰੀਏ। ਅੱਜ ਮੇਰੇ ਨਾਲ ਸਾਡੇ ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਪੈਨਲ ਦੇ ਮੈਂਬਰ ਦਾ ਹਰਪਾਲ ਸਿੰਘ ਹਰਿਆਣਾ ਤੋਂ, ਰਮਿੰਦਰ ਸਿੰਘ ਜੀ ਪਟਿਆਲਾ, ਮੈਂ ਪ੍ਰੇਮ ਸਿੰਘ ਭੰਗੂ, ਕਿਰਨਜੀਤ ਸਿੰਘ ਸੇਖੋਂ, ਇੱਕ ਕਾਮੜੇ ਇੰਦਰਜੀਤ ਸਿੰਘ ਹਰਿਆਣਾ ਤੋਂ, ਕਿਰਨਜੀਤ ਸਿੰਘ ਸੇਖੋਂ ਐਡਵੋਕੇਟ, ਅਸੀਂ ਇੱਥੇ ਹਾਜ਼ਰ ਹਾਂ। ਇਹਨਾਂ ਤੋਂ ਇਲਾਵਾ ਸਾਡੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜਿਹੜੇ ਬਹੁਤ ਨਾਮਵਰ ਵਕੀਲ ਸਾਡੇ ਲੀਗਲ ਪੈਨਲ ਦੇ ਨਾਲ ਹਮੇਸ਼ਾ ਕੋਆਰਡੀਨੇਟ ਵੀ ਕਰ ਰਹੇ ਨੇ, ਮਿਲ ਕੇ ਚੱਲਦੇ ਨੇ। ਸਾਨੂੰ ਹਮੇਸ਼ਾ ਜਿਹੜੀ ਲੀਗਲ ਹੈਲਪ ਵੀ ਔਰ ਲੀਗਲ ਜਿਹੜੀ ਅਗਵਾਈ ਵੀ ਸਾਡੀ ਇੱਥੇ ਕਰਦੇ ਨੇ, ਉਹ ਵੀ ਸਾਡੇ ਵਿੱਚ ਮੌਜੂਦ ਨੇ। ਸਾਡੇ ਉਹ ਪਰਲੇ ਪਾਸੇ ਓਂਕਾਰ ਸਿੰਘ ਜੀ ਐਡਵੋਕੇਟ ਹਾਈ ਕੋਰਟ ਤੋਂ, ਅੱਗੇ ਕੁਲਵੀਰ ਸਿੰਘ ਜੀ ਧਾਲੀਵਾਲ ਸਾਬਕਾ ਪ੍ਰਧਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਸਰਦਾਰ ਜੋਗਿੰਦਰ ਸਿੰਘ ਜੀ ਤੂਰ ਸੀਨੀਅਰ ਵਕੀਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਅਤੇ ਇਸ ਤਰ੍ਹਾਂ ਹੀ ਮੇਰੇ ਪਿੱਛੇ ਬੈਠੇ ਸਾਡੇ ਡਿਸਟ੍ਰਿਕਟ ਕੋਰਟ ਤੋਂ ਚੰਡੀਗੜ੍ਹ ਤੋਂ ਵਕੀਲ ਜਿਨ੍ਹਾਂ ਦੀ ਹਾਈ ਕੋਰਟ ਤੋਂ ਮੈਡਮ ਚਰਨਜੀਤ ਕੌਰ, ਅਤੇ ਡਿਸਟ੍ਰਿਕਟ ਕੋਰਟ ਤੋਂ ਵੀ ਸਾਡੇ ਸਾਥੀ ਵਿਪਨ ਹਾਈ ਕੋਰਟ ਵੀ ਪ੍ਰੈਕਟਿਸ ਕਰਦੇ, ਅਤੇ ਉਹਨਾਂ ਨਾਲ ਵੱਡੀ ਗਿਣਤੀ 'ਚ ਆਏ ਸਾਥੀ ਜਿਹੜੇ ਇਹ ਸਾਰੀਆਂ ਜਿੰਨਾ ਰਿਪਰੈਸ਼ਨ ਸਾਡੀ ਮੂਵਮੈਂਟ 'ਤੇ ਉਹਦੇ ਖਿਲਾਫ ਇਹ ਆਵਾਜ਼ ਵੀ ਉਠਾ ਰਹੇ ਆ, ਇਹਨਾਂ ਦੇ ਧਰਨੇ ਵੀ ਇੱਥੇ ਚੱਲਦੇ ਨੇ, ਉਹ ਵੀ ਸਾਡੇ ਵਿੱਚ ਸ਼ਾਮਲ ਨੇ। ਮੈਂ ਸੰਖੇਪ ਦੇ ਵਿੱਚ, ਕਿਉਂਕਿ ਸ਼ੁਰੂ ਕਰਦਾ ਹੋਇਆ ਮੇਰੇ ਸਾਥੀ ਇਸ ਦੇ ਵਿੱਚ ਐਡ ਕਰਨਗੇ। ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਕਿਸਾਨ ਮੂਵਮੈਂਟ ਅੰਦੋਲਨ ਪਿਛਲੇ 100 ਦਿਨਾਂ ਤੋਂ, ਕਿਉਂਕਿ ਕੱਲ੍ਹ ਨੂੰ ਅੰਦੋਲਨ ਦੇ 100 ਦਿਨ ਪੂਰੇ ਹੋਣੇ ਨੇ, 100 ਦਿਨ ਤੋਂ ਇਹ ਅੰਦੋਲਨ ਪੀਸਫੁਲ ਰਹਿ ਕੇ 3 ਖੇਤੀ ਕਾਨੂੰਨ ਜਿਹੜੇ ਸਰਕਾਰ ਨੇ ਖੇਤੀਬਾੜੀ ਦੀ ਤਬਾਹੀ ਲਈ, ਕਾਰਪੋਰੇਟ ਸੈਕਟਰ ਨੂੰ ਬਹੁਤ ਵੱਡੇ ਮੁਨਾਫੇ ਦੇਣ ਲਈ ਬਣਾਏ ਸੀ, ਉਹਨਾਂ ਦੇ ਖਿਲਾਫ ਅੰਦੋਲਨ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ 'ਚ ਫੈਲਿਆ ਔਰ ਵਿਦੇਸ਼ ਦਾ ਅੰਦੋਲਨ ਬਣਿਆ। ਪਰ ਇਸ ਅੰਦੋਲਨ ਤੋਂ ਸਰਕਾਰ ਬੜੀ ਘਬਰਾਈ ਹੋਈ ਹੈ। ਪਿਛਲੇ 100 ਦਿਨ ਤੋਂ ਸਰਕਾਰ ਬੜੀ ਘਬਰਾਈ ਹੋਈ ਹੈ। ਉਹ ਬਹੁਤ ਭਾਂਤ ਦੀਆਂ ਛੜਯੰਤਰ ਚਾਲਾਂ, ਹੱਥ ਕੰਡੇ ਵਰਤ ਕੇ ਇਸ ਅੰਦੋਲਨ ਨੂੰ ਸਾਬੋਤਾਜ ਕਰਨਾ, ਫੇਲ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਬਹੁਤ ਪਹਿਲਾਂ ਸਾਡੇ ਅੰਦੋਲਨ ਨੂੰ ਸਿੰਘੂ ਬਾਰਡਰ 'ਤੇ ਬਦਨਾਮ ਕਰਨ ਦੇ ਲਈ ਕਦੇ ਖਾਲਿਸਤਾਨੀ ਦਾ ਅੰਦੋਲਨ ਕਿਹਾ ਗਿਆ, ਇਸ ਨੂੰ ਕਦੇ ਕਿਹਾ ਗਿਆ ਅਰਬਨ ਨੈਕਸਲਾਈਟ ਨੇ, ਕਦੇ ਕਿਹਾ ਇਹ ਕਾਮਰੇਡਾਂ ਨੇ ਹਾਈਜੈਕ ਕੀਤਾ ਹੋਇਆ, ਪਰ ਕਿਸਾਨਾਂ 'ਚ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਕਿਸਾਨ ਤਾਂ ਕਿਸਾਨ ਨੇ, ਉਹ ਤਾਂ ਇਸ ਮੁੱਦੇ 'ਤੇ ਹੀ ਰਹੇ। 26 ਤਾਰੀਖ ਨੂੰ ਜਿਹੜੀ ਵੱਡੀ ਘਟਨਾ ਹੋਈ ਤੁਹਾਡੇ ਸਾਹਮਣੇ ਹੈ ਕਿ ਬਹੁਤ ਵੱਡੀ ਕਿਸਾਨ ਪਰੇਡ, ਜਿਹੜੀ ਰਿਪਬਲਿਕ ਡੇ ਪਰੇਡ 'ਤੇ ਕਿਸਾਨਾਂ ਨੇ ਕਰਨੀ ਸੀ, ਜਿਹਦੇ ਵਿੱਚ 4 ਲੱਖ ਤੋਂ ਜ਼ਿਆਦਾ ਜਿਹੜਾ ਟਰੈਕਟਰ ਹੈ ਪੰਜਾਬ ਤੇ ਹਰਿਆਣੇ ਤੋਂ ਦਿੱਲੀ ਦੀ ਬਰੂਹਾਂ 'ਤੇ ਪਹੁੰਚਿਆ ਸੀ। ਉਸ ਤੋਂ ਸਰਕਾਰ ਬੜੀ ਘਬਰਾਈ ਹੋਈ ਸੀ। ਭਾਵੇਂ ਰੂਟ ਸਾਨੂੰ ਦਿੱਤੇ ਹੋਏ ਸੀ, ਪਰ ਬੜੀ ਇੱਕ ਡੀਪ ਰੂਟਡ ਕੌਨਸਪੀਰੇਸੀ ਦੇ ਤਹਿਤ ਉਹ ਰੂਟ ਸਾਰੇ ਬੰਦ ਕੀਤੇ, ਬਲੌਕ ਕੀਤੇ। ਸਾਡੀ ਪਰੇਡ ਉਹਨਾਂ ਰੂਟਾਂ 'ਤੇ ਜਾਣ ਨਹੀਂ ਦਿੱਤਾ ਗਿਆ।
ਔਰ ਅਜਿਹੇ ਰੂਟ ਖੋਲ੍ਹੇ ਜਿਹੜੇ ਆਊਟਰ ਰਿੰਗ ਰੋਡ ਨੂੰ ਹੁੰਦੇ ਹੋਏ ਲਾਲ ਕਿਲੇ ਪਹੁੰਚਦੇ ਸੀ। ਜੋ ਘਟਨਾਕ੍ਰਮ ਹੋਇਆ ਉਹ ਤੁਹਾਡੇ ਸਾਹਮਣੇ ਹੈ। ਸੋ ਇਹ ਬਹੁਤ ਵੱਡੀ ਸਾਜ਼ਿਸ਼ ਸੀ ਐਡੇ ਵੱਡੇ ਵਰਲਡ ਲੈਵਲ ਦੇ ਅੰਦੋਲਨ ਨੂੰ ਫੇਲ ਕਰਨ ਦੀ ਸਰਕਾਰ ਨੇ ਜੋ ਰਚੀ। ਪਰ ਫਿਰ ਮੈਂ ਧੰਨਵਾਦੀ ਹਾਂ ਸਾਡੇ ਹਰਿਆਣਾ ਦੇ ਕਿਸਾਨਾਂ ਦਾ, ਬਹੁਤ ਵੱਡੀ ਗਿਣਤੀ 'ਚ ਯੂਪੀ ਦੇ ਕਿਸਾਨਾਂ ਦਾ, ਜਿਨ੍ਹਾਂ ਨੇ ਬਿਨਾਂ ਦੇਰੀ ਇਸ ਸਾਜ਼ਿਸ਼ ਨੂੰ ਸਮਝਿਆ ਔਰ ਇਹ ਡਿਵਾਈਡ, ਕਮਿਊਨਲ ਡਿਵਾਈਡ ਜਿਹੜੀ ਸਰਕਾਰ ਕਰਨਾ ਚਾਹੁੰਦੀ ਸੀ, ਇਸ ਨੂੰ ਬਿਨਾਂ ਦੇਰੀ ਐਕਸਪੋਜ਼ ਕੀਤਾ ਔਰ ਉਹ ਅੰਦੋਲਨ ਵਿਦਨ 2 ਡੇਜ਼ ਆਪਣੇ ਪੈਰਾਂ 'ਤੇ ਨਹੀਂ ਖੜਾ ਹੋਇਆ, ਸਗੋਂ ਉਸ ਤੋਂ ਅੱਗੇ ਵਧਿਆ। ਇਹਦੇ ਨਾਲ ਹਿੱਸਾ ਜਿਹੜਾ ਇੰਪੋਰਟੈਂਟ ਇਹ ਹੈ ਕਿ ਉਸ ਦੇ ਵਿੱਚ ਬਹੁਤ ਵੱਡਾ ਰਿਪਰੈਸ਼ਨ, ਕਿਉਂਕਿ ਸਰਕਾਰ ਚਾਹੁੰਦੀ ਸੀ ਇਸ ਅੰਦੋਲਨ ਨੂੰ ਡਾਈਵਰਟ ਕਰੀਏ, ਜਿਹੜਾ ਕਿਸਾਨੀ ਮੁੱਦਿਆਂ ਦੇ ਉੱਪਰ ਚੱਲਦਾ ਹੈ ਉਹ ਡਾਈਵਰਟ ਕਰਨਾ ਚਾਹੁੰਦੇ ਸੀ। ਡਾਈਵਰਟ ਕਰਨ ਲਈ ਉਹਨਾਂ ਨੇ ਰਿਪਰੈਸ਼ਨ ਦਾ ਰਾਹ ਚੁਣਿਆ ਔਰ ਰਿਪਰੈਸ਼ਨ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ, ਮੈਨੂੰ ਡਿਟੇਲ ਨਹੀਂ ਜਾਣਾ, ਮੇਰੇ ਸਾਥੀ ਜਾਣਗੇ, ਬਹੁਤ ਵੱਡੀ ਗਿਣਤੀ 'ਚ ਸਾਰੇ ਕਿਸਾਨ ਆਗੂਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ। ਬਹੁਤ ਵੱਡੀ ਗਿਣਤੀ 'ਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੋਂ ਕਿਸਾਨਾਂ ਨੂੰ ਬਹੁਤ ਗੰਭੀਰ ਜਿਹੜੀਆਂ ਧਾਰਾਵਾਂ ਨੇ ਕਾਨੂੰਨ ਦੀਆਂ 307 ਵਰਗੀਆਂ, ਉਹਨਾਂ ਦੇ ਵਿੱਚ ਬੇਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ। ਉਸ ਤੋਂ ਇਲਾਵਾ ਇਹ ਘਟਨਾ ਭਾਵੇਂ 26 ਦੀ ਹੋਈ, ਪਰ 29 ਤਰੀਕ ਦੀ ਘਟਨਾ ਸੀ ਇੱਕ। ਉਸ ਤੋਂ ਬਾਅਦ 8 ਫਰਵਰੀ ਤੱਕ ਵੀ ਇਹ ਗ੍ਰਿਫਤਾਰੀਆਂ ਜਾਰੀ ਰਹੀਆਂ। ਕੋਈ ਕਿਤੇ ਫੜਾ ਗਿਆ, ਕੋਈ ਕਿਤੇ ਫੜਾ, ਕੋਈ ਸਮਾਨ ਲੈਣ ਗਿਆ ਸੀ, ਉਹ ਸਾਰਿਆਂ ਨੂੰ ਰੋਪ ਇਨ ਕਰਕੇ ਝੂਠੇ ਕੇਸਾਂ ਨੂੰ ਫਸਾਉਂਦੇ ਰਹੇ। ਇੱਥੇ ਹੀ ਬਸ ਨਹੀਂ ਕੀਤੀ, ਨੋਟਿਸ ਪੰਜਾਬ ਦੇ ਵਿੱਚ 160 CRPC, 91 CRPC ਦੇ ਵਿੱਚ ਬੜੀ ਵੱਡੀ ਗਿਣਤੀ 'ਚ ਨੋਟਿਸ ਹੈ ਜਿਹੜੇ ਪੰਜਾਬ, ਹਰਿਆਣਾ ਦੇ ਵਿੱਚ ਭੇਜੇ, ਉਹਨਾਂ ਲੋਕਾਂ ਨੂੰ ਡਰਾਉਣ ਲਈ, ਧਮਕਾਉਣ ਲਈ ਕਿ ਉਹ ਮੋਰਚਿਆਂ ਦੇ ਵਿੱਚ ਨਾ ਜਾਣ, ਜਾਂ ਮੋਰਚਿਆਂ ਦੇ ਜਿਹੜੇ ਲੋਕ ਨੇ ਸਹਿਮ ਕਰਕੇ ਉਹ ਘਰਾਂ ਨੂੰ ਪਰਤ ਜਾਣ। ਤਾਂ ਉਹਦਾ ਉਦੇਸ਼ ਇੱਕੋ ਹੀ ਸੀ, ਭਾਵੇਂ ਉਹਨਾਂ ਖਿਲਾਫ ਕੋਈ FIR ਤਾਂ ਨਹੀਂ ਸੀ, ਪਰ ਉਦੇਸ਼ ਇਹ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਬਹਾਨੇ ਬੁਲਾਓ ਔਰ ਬੁਲਾ ਕੇ ਝੂਠੇ ਕੇਸ ਦੇ ਵਿੱਚ ਇੰਪਲੀਕੇਟ ਕਰ ਦਿਓ। ਜਿਹੜੇ 1-2 ਕਿਸਾਨ ਗਏ ਉਹਨੂੰ ਇੰਪਲੀਕੇਟ ਕੀਤਾ, ਭਾਵੇਂ ਉਹਨਾਂ ਦੀ ਜ਼ਮਾਨਤ ਬਾਅਦ 'ਚ ਹੋ ਗਈ। ਇਹ ਵੀ ਇੱਕ ਰਿਪਰੈਸ਼ਨ ਜਿਹੜਾ ਸਰਕਾਰ ਦਾ ਅਜੇ ਵੀ ਕੰਟੀਨਿਊ ਹੈ। 1 ਮਹੀਨੇ ਤੋਂ ਬਾਅਦ ਇਹ ਕੰਟੀਨਿਊ ਹੈ, ਉਹ ਕਰੀ ਜਾ ਰਹੇ ਅਜੇ। ਔਰ ਬਸ ਨਹੀਂ ਕੀਤੀ, ਛੋਟੇ ਬੱਚੇ 15 ਜਾਂ 16 ਸਾਲ ਦੇ ਛੋਟੇ ਬੱਚਿਆਂ ਨੂੰ ਵੀ, ਜਿਨ੍ਹਾਂ ਦੇ ਖਿਲਾਫ ਇਹ ਧਾਰਾਵਾਂ ਬਣਦੀਆਂ ਵੀ ਨਹੀਂ ਔਰ ਐਕਟ ਵੀ ਨਹੀਂ ਕਿਸੇ ਨੇ ਕੀਤਾ, ਕਿਸਾਨਾਂ ਨੇ ਜਿਨ੍ਹਾਂ ਦੀ ਵੇਲਾਂ ਹੋਈਆਂ, ਜੇ ਸਾਥੀ ਜ਼ਿਕਰ ਕਰਨਗੇ ਵੀ ਉਹਨਾਂ ਦੇ ਸਾਰਿਆਂ ਦੇ ਖਿਲਾਫ ਸਮੇਤ ਸਾਡੇ ਐਡੇ ਸੀਰੀਅਸ ਧਾਰਾਵਾਂ ਦੇ ਵਿੱਚ ਅਟੈਂਪਟ ਟੂ ਮਰਡਰ ਵਰਗੇ, ਦੂਜੇ ਜਿਹੜੇ ਡੈਕੁਇਟੀ ਵਰਗੇ ਅਫੈਂਸ ਸਨ, ਉਹ ਲਾਏ। ਇੱਥੇ ਹੀ ਨਹੀਂ, ਸਾਰਾ ਜੇ ਤੁਸੀਂ ਪ੍ਰੈਸ 'ਚ ਪੜ੍ਹੋ ਕਿ ਸਾਰੇ ਸਿੰਘੂ ਬਾਰਡਰ ਦੇ ਉੱਪਰ ਟੋਟਲ ਬੈਰੀਕੇਡ ਲਾਏ ਹੋਏ ਆ। ਦਿੱਲੀ ਨੂੰ ਜਾਣ ਵਾਲੇ ਰਸਤੇ, ਇੱਕ ਰਸਤੇ ਜਾਓ, ਅਗਲੇ ਦਿਨ ਉਹ ਰਸਤਾ ਬੰਦ ਹੁੰਦਾ ਹੈ, ਦੂਜੇ ਦਿਨ ਕੋਈ ਹੋਰ ਰਸਤਾ ਬੰਦ ਹੁੰਦਾ ਹੈ। ਸੜਕਾਂ ਦੇ ਉੱਪਰ ਸਰੀਏ ਕੱਢੇ ਹੋਏ ਨੇ। ਵੀ ਇੰਨਾ ਵੱਡਾ ਰਿਪਰੈਸ਼ਨ ਸਰਕਾਰ ਚਾਹੁੰਦੀ ਇਸ ਤੋਂ ਕੀ ਹੈ? ਇੱਕ ਪਾਸੇ ਤਾਂ ਸਿਵਲ ਲਿਬਰਟੀਜ਼, ਡੈਮੋਕ੍ਰੈਟਿਕ ਰਾਈਟਸ ਨੇ ਗਰੰਟੀ ਵੀ ਕਰਦੀ ਹੈ, ਕੌਨਸਟੀਟਿਊਸ਼ਨ ਵੀ ਕਹਿੰਦਾ ਹੈ, ਪਰ ਦੂਜੇ ਪਾਸੇ ਉਹੀ ਲੋਕ ਉਹਨਾਂ ਦੀ ਕਿਸ ਤਰ੍ਹਾਂ ਧੱਜੀਆਂ ਉਡਾ ਰਹੇ ਆ ਸ਼ਰੇਆਮ। ਸੋ ਇਹ ਬਹੁਤ ਵੱਡਾ, ਮੈਂ ਕਹਿੰਦਾ ਵੀ ਡੈਮੋਕ੍ਰੇਸੀ ਤੇ ਸ਼ਹਿਰੀ ਆਜ਼ਾਦੀਆਂ ਤੇ ਬਹੁਤ ਵੱਡਾ ਹਮਲਾ ਹੈ। ਇਕੱਲਾ ਕਿਸਾਨਾਂ ਤੇ ਨਹੀਂ, ਸਮਾਜ ਦੇ ਹਰ ਵਰਗ ਤੇ ਹੋ ਰਿਹਾ। ਕਿੰਨਾ ਦਾ ਜ਼ਿਕਰ ਕਰੀਏ, ਸਾਡੇ ਸਾਥੀ ਕਰਨਗੇ, ਹਰ ਇੱਕ, ਭਾਵੇਂ ਮਜ਼ਦੂਰ ਨੇ, ਕੋਈ ਹੋਰ ਨੇ, ਸਾਰਿਆਂ ਤੇ ਬਹੁਤ ਵੱਡਾ ਹਮਲਾ ਹੋ ਰਿਹਾ। ਇਸ ਲਈ ਇਸ ਹਮਲੇ ਦਾ ਡੈਮੋਕ੍ਰੇਸੀ ਬਹਾਲ ਹੋਣੀ, ਸਾਡੀ ਸ਼ਹਿਰੀ ਆਜ਼ਾਦੀਆਂ ਰਿਸਟੋਰ ਹੋਣ, ਇਹ ਅੱਜ ਬਹੁਤ ਮੁੱਖ ਸਵਾਲ ਦੇਸ਼ ਦੇ ਸਾਹਮਣੇ ਖੜਾ ਹੋਇਆ ਔਰ ਇਹ ਬਹੁਤ ਗੰਭੀਰ ਚੈਲੰਜ ਹੈ। ਇਸ ਨੂੰ ਹਰ ਮੂਵਮੈਂਟ ਦਾ, ਇਹ ਮੂਵਮੈਂਟ ਨੂੰ ਡਰੇਲ ਕਰਨ ਲਈ, ਮੂਵਮੈਂਟ ਨੂੰ ਫੇਲ ਕਰਨ ਲਈ ਜਿਹੜੀ ਮੋਦੀ ਗੌਰਮੈਂਟ ਹੈ ਇਸ ਪਾਸੇ ਕਰ ਰਹੀ ਹੈ। ਜਿਹੜੇ ਲੋਕ ਲੜਦੇ ਨੇ ਉਹਨਾਂ ਦੇ ਉੱਪਰ ਸੈਡੀਸ਼ਨ ਦੇ ਪਰਚੇ, ਦੇਸ਼ ਧਰੋਹੀ ਦੇ ਪਰਚੇ, ਭਾਂਤ ਦੀਆਂ ਧਾਰਾਵਾਂ ਲਾ ਕੇ ਮਾਹੌਲ ਬਣਾਇਆ ਹੋਇਆ। ਇਸ ਤਰ੍ਹਾਂ ਭਾਵੇਂ ਸੁਪਰੀਮ ਕੋਰਟ ਨੇ ਬੜਾ ਕੁਝ ਕਿਹਾ, ਉਸ ਤੋਂ ਬਾਅਦ ਕਿਸੇ ਦੀ 2.5 ਸੈਂਟ ਹੋਵੇ ਦੇਸ਼ ਧਰੋਹ ਨਹੀਂ ਬਣਦਾ, ਉਹ ਸਾਰਾ ਸਾਹਮਣੇ ਹੈ, ਪਰ ਫਿਰ ਵੀ ਪਰਵਾਹ ਨਹੀਂ ਕੀਤੀ ਜਾ ਰਹੀ। ਬਹੁਤ ਵੱਡਾ ਇਹ ਜ਼ਬਰ ਜ਼ੁਲਮ ਚੱਲ ਰਿਹਾ ਹੈ। ਅਸੀਂ ਇਸ ਦੇ ਖਿਲਾਫ, ਜਿੱਥੇ 3 ਖੇਤੀ ਕਾਨੂੰਨਾਂ ਦੇ ਖਿਲਾਫ ਸਾਡੀ ਮੂਵਮੈਂਟ ਚੱਲਦੀ ਹੈ, ਉਦੋਂ ਤੱਕ ਚੱਲੇਗੀ ਜਦ ਤੱਕ ਉਹ ਰਿਪੀਲ ਨਹੀਂ ਹੁੰਦੇ। ਸਾਰੀ ਲੀਡਰਸ਼ਿਪ, ਸਾਰੇ ਕਿਸਾਨ ਇਸ ਗੱਲ ਤੇ ਇੱਕਮਤ ਡਿਟਰਮਿੰਡ ਨੇ, ਉਹ ਰਿਪੀਲ ਕਰਾ ਕੇ ਆਉਣਗੇ, ਕਿਉਂਕਿ ਕਾਨੂੰਨ ਹੀ ਬਹੁਤ ਮਾੜੇ ਨੇ। ਕਾਰਪੋਰੇਟ ਸੈਕਟਰ ਦੀ ਬਹਾਲੀ ਦੇ ਕਾਨੂੰਨ ਨੇ, ਉਹਨਾਂ ਨੂੰ ਮੁਨਾਫੇ ਪਹੁੰਚਾਉਣ ਦੇ ਕਾਨੂੰਨ ਨੇ। ਇਸ ਤੋਂ ਇਲਾਵਾ ਅਸੀਂ ਇਹਦੇ ਖਿਲਾਫ ਖੇਤੀ ਕਾਨੂੰਨ ਔਰ ਖਾਸ ਕਰਕੇ ਰਿਪਰੈਸ਼ਨ ਜਿੰਨਾ ਵੱਡਾ ਹੋ ਰਿਹਾ, ਇਸ ਨੂੰ ਨੱਥ ਪਾਈ ਜਾਵੇ ਬਿਨਾਂ ਦੇਰੀ। ਇਹ ਡਾਈਵਰਸ਼ਨ ਜਿਹੜੀ ਸਰਕਾਰ ਕਰਨਾ ਚਾਹੁੰਦੀ ਸੀ, ਇਹਨੂੰ ਕਾਊਂਟਰ ਕਰਨ ਦੇ ਲਈ, ਤੁਹਾਡੀ ਜਾਣਕਾਰੀ ਲਈ, ਕੱਲ੍ਹ ਨੂੰ KMP ਜਿਹੜਾ ਦਿੱਲੀ ਦਾ ਆਊਟਰ ਰਿੰਗ ਰੋਡ ਹੈ, ਉਸ ਨੂੰ 5 ਘੰਟਿਆਂ ਲਈ 11 ਤੋਂ ਲੈ ਕੇ 4 ਵਜੇ ਤੱਕ ਉਹਨੂੰ ਜਾਮ ਕੀਤਾ ਜਾ ਰਿਹਾ। ਬਿਲਕੁਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਬਾਰਡਰਸ ਦੇ ਉੱਪਰ ਕਿਸਾਨ, ਪੰਜਾਬ ਤੋਂ, ਹਰਿਆਣੇ ਤੋਂ, ਅਸੀਂ ਅਪੀਲ ਕੀਤੀ ਹੈ ਵੱਡੀ ਗਿਣਤੀ ਵਿੱਚ ਪਹੁੰਚਣ, ਤਾਂ ਕਿ ਸਰਕਾਰ ਦੇ ਘੱਟੋ ਘੱਟ ਇਸ ਰਿਪਰੈਸ਼ਨ ਨੂੰ, ਜਿਹੜਾ ਡਾਈਵਰਸ਼ਨ ਕਰ ਰਿਹਾ, ਇਸ ਨੂੰ ਹੱਥ ਪਾਈ ਜਾਵੇ।
ਇਸ ਲਈ ਇਹ ਅਸੀਂ ਕੱਲ੍ਹ ਨੂੰ ਬਹੁਤ ਵੱਡਾ ਉਹਦੇ ਵਿੱਚ ਕਰ ਰਹੇ ਹਾਂ। ਦਿੱਲੀ ਦੇ ਅੰਦਰ ਐਂਟਰੀ, ਅੰਦਰ ਜਾਣਾ, ਬਾਹਰ ਆਉਣਾ, ਇਸ ਨੂੰ 5 ਘੰਟੇ ਲਈ ਬੰਦ ਰੱਖਾਂਗੇ ਤਾਂ ਕਿ ਸਰਕਾਰ ਨੂੰ ਕੋਈ ਸਬਕ ਮਿਲੇ। ਪਰ ਸਰਕਾਰ ਆਪਣੇ ਇਹਨਾਂ ਕਦਮਾਂ ਦੇ ਉੱਪਰ ਲਗਾਤਾਰ ਚੱਲ ਰਹੀ ਹੈ। ਸੋ ਇਹ ਬਰੀਫਲੀ ਮੇਰੇ ਸਾਥੀ ਇਸ ਦੇ ਵਿੱਚ ਐਡ ਕਰਨਗੇ। ਇਹ ਕੱਲ੍ਹ ਦਾ ਪ੍ਰੋਗਰਾਮ ਹੈ। ਡੈਮੋਕ੍ਰੇਸੀ ਨੂੰ ਬਚਾਉਣਾ, ਸ਼ਹਿਰੀ ਆਜ਼ਾਦੀਆਂ ਬਹਾਲ ਕਰਨੀ, ਝੂਠੇ ਕੇਸ ਕਿਸਾਨਾਂ ਦੇ ਵਾਪਸ ਲੈਣੇ, ਜੇਲ੍ਹਾਂ ਦੇ ਅੰਦਰੋਂ ਬਾਹਰ ਕੱਢਣੇ, ਨੋਟਿਸ ਦੀ ਜਿਹੜੀ ਵਿਛਾੜ ਲਾਈ ਉਸ ਨੂੰ ਬੰਦ ਕਰਨਾ, ਇਹ ਸਾਰੀਆਂ ਗੱਲਾਂ ਦੇ ਖਿਲਾਫ ਸਿੰਘੂ ਬਾਰਡਰ ਤੇ ਵੀ, ਇੱਥੇ ਵੀ ਅਸੀਂ ਪੰਜਾਬ 'ਚ ਵੀ ਪਹੁੰਚੇ ਹਾਂ ਇਹ ਸੁਨੇਹਾ ਦੇਣ ਲਈ। ਸਾਰੀ ਜਿਹੜੀ ਲੀਗਲ ਟੀਮ ਹੈ ਕਿ ਇਸ ਦਾ ਰਲ ਕੇ ਸਮਾਜ ਦਾ ਹਰ ਵਰਗ, ਉਹ ਐਡਵੋਕੇਟਸ ਹੋਣ, ਪ੍ਰੋਫੈਸਰ ਹੋਣ, ਵਿਦਿਆਰਥੀ ਹੋਣ, ਨੌਜਵਾਨ ਹੋਣ, ਮਜ਼ਦੂਰ ਹੋਣ, ਅੱਜ ਸਾਰਿਆਂ ਦਾ ਇਹ ਇੱਕ ਧਰਮ ਹੈ। ਮੈਂ ਕਹਾਂਗਾ ਕਿ ਇਸ ਦੀ ਰਾਖੀ ਲਈ ਸਭ ਨੂੰ ਇੱਕ ਪਬਲਿਕ ਮੂਵਮੈਂਟ ਬਣਾ ਕੇ ਅੱਗੇ ਆਉਣਾ ਚਾਹੀਦਾ। ਤਾਂ ਹੀ ਜਿਹੜੇ ਲੋਕ ਅੰਦੋਲਨ ਹੈ, ਲੋਕ ਲਹਿਰਾਂ, ਤਾਂ ਹੀ ਉਹ ਲੜਾਂਗੇ ਵੀ ਆਪਾਂ ਨੂੰ, ਤਾਂ ਹੀ ਅੱਗੇ ਵਧਣਗੀਆਂ। ਸੋ ਮੈਂ ਬਰੀਫਲੀ ਇੰਨੀ ਬੇਨਤੀ ਕਰਨੀ ਸੀ। ਤੁਹਾਡਾ ਬਹੁਤ ਧੰਨਵਾਦ। ਮੈਂ ਹੁਣ ਮੇਰੇ ਸਾਥੀ ਰਮਿੰਦਰ ਸਿੰਘ ਪਟਿਆਲਾ, ਜਿਹੜੇ ਮੇਰੇ ਨਾਲ ਕੇਸਾਂ ਨੂੰ ਇੰਟੈਂਸਿਵਲੀ ਡੀਲ ਕਰ ਰਹੇ ਹਨ, ਕੋਲ ਡਿਟੇਲ ਵੀ ਸਾਰੀ ਹੈ, ਕਿੰਨੇ ਅੰਦਰ ਗਏ, ਕਿੰਨੇ ਬਾਹਰ ਆਏ, ਕੀ offense ਕੀ ਸੀ, ਇਹ ਬਰੀਫਲੀ ਉਹਨਾਂ ਦਾ ਮੈਂਸ਼ਨ ਕਰਨਗੇ। ਰਮਿੰਦਰ ਸਿੰਘ ਪਟਿਆਲਾ। ਦੋਸਤੋ, ਕਿਸਾਨ ਐਜੀਟੇਸ਼ਨ ਨਾਲ ਸੰਬੰਧਿਤ 151 ਬੰਦੇ ਹਾਲੇ ਤੱਕ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ। ਅਸੀਂ ਪੜਾਅਵਾਰ ਉਹਨਾਂ ਦੀ ਹੈਲਪ ਲਈ ਰਸਤਾ ਬਣਾਇਆ। 150 ਦੇ ਕਰੀਬ ਐਡਵੋਕੇਟਸ ਨੇ ਜਿਹੜੇ ਉਹ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ 'ਚ ਇਸ ਕੰਮ 'ਚ ਇੱਕ ਕਿਸਮ ਨਾਲ ਨਿਸ਼ਕਾਮ ਸੇਵਕ ਦੇ ਰੂਪ 'ਚ ਸਾਡੀ ਮਦਦ ਕਰ ਰਹੇ ਨੇ। ਉਹਨਾਂ 'ਚ ਮੈਂ ਮੈਂਸ਼ਨ ਕਰਨਾ ਚਾਹੂੰਗਾ ਰਜਿੰਦਰ ਸਿੰਘ ਚੀਮਾ, ਜਿਹੜੇ ਆਪਣੇ ਸੀਨੀਅਰ ਐਡਵੋਕੇਟ ਨੇ, ਉਹਨਾਂ ਦਾ ਔਰ ਉਹਨਾਂ ਦੀ ਪੂਰੀ ਟੀਮ ਦਾ ਜਿਹੜੀ ਦਿੱਲੀ 'ਚ ਪ੍ਰੈਜ਼ੈਂਟ ਹੈ। ਵੀਰ ਸਿੰਘ ਸੰਧੂ, ਜਸਪਾਲ ਸਿੰਘ ਢਿੱਲੋਂ, ਇਹ ਸਾਰੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਨੇ ਗੁਰਦੁਆਰਾ ਰਕਾਬਗੰਜ ਦੇ ਵਿੱਚ ਸਾਨੂੰ ਥਾਂ ਵੀ ਪ੍ਰੋਵਾਈਡ ਕਰਾਈ ਔਰ ਲੌਜਿਸਟਿਕਲ ਸਪੋਰਟ ਵੀ ਜਿਹੜੀ ਦਿੱਤੀ। ਸ਼ਾਇਦ ਉਸ ਸਪੋਰਟ ਤੋਂ ਬਗੈਰ ਸਾਨੂੰ ਇਹ ਸਾਰਾ ਕੁਝ ਮੈਨੇਜ ਕਰਨਾ ਥੋੜਾ ਡਿਫਿਕਲਟ ਹੁੰਦਾ। ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਇਸ ਸਪੋਰਟ ਦੀ ਬਦੌਲਤ, ਵਕੀਲਾਂ ਦੀ ਇਸ ਜਿਹੜੀ ਸਾਰੀ ਮਦਦ ਦੀ ਬਦੌਲਤ, ਅਸੀਂ 151 ਕਿਸਾਨਾਂ ਚੋਂ 134 ਨੂੰ ਸਟਿਲ ਹਾਲੇ ਤੱਕ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ 11 ਵਜੇ ਤੱਕ ਦੀ 134 ਕਿਸਾਨਾਂ ਦੀ ਜ਼ਮਾਨਤ ਹੈ ਜਿਹੜੀ ਉਹ ਕਰਾਉਣ 'ਚ ਸਫਲ ਹੋਏ। 121 ਕਿਸਾਨ ਕੱਲ ਰਾਤ ਤੱਕ ਤਿਹਾੜ ਚੋਂ ਬਾਹਰ ਆ ਚੁੱਕੇ ਸੀ ਜਾਂ ਰੋਣੀ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ। ਰਾਤ ਸਿਰਫ ਇੱਕ ਟੈਕਨੀਕੈਲਿਟੀ ਫਸ ਗਈ। ਪੁਲਿਸ ਦੀ ਡਾਇਰੀ ਤੇ ਕੋਰਟ ਦੇ ਆਰਡਰ ਦੇ ਵਿੱਚ ਇੱਕ ਥੋੜਾ ਮਿਸਟੇਕਨ ਫੈਕਟ ਸੀਗਾ, ਜਿਸ ਕਰਕੇ ਇੱਕ ਕਿਸਾਨ ਦੀ ਜ਼ਮਾਨਤ ਹੋਣ ਤੋਂ, ਬਾਹਰ ਆਉਣ ਤੋਂ ਰੋਕ ਲਿਆ। ਉਹ ਅੱਜ ਕਲੀਅਰ ਹੋ ਜਾਊਗਾ ਤੇ ਅੱਜ ਵੀ 8-10 ਕਿਸਾਨਾਂ ਦੀ ਪੋਸੀਬਿਲਿਟੀ ਹੈ ਕਿ ਅੱਜ ਵੀ ਉਹ ਬਾਹਰ ਆ ਜਾਣਗੇ। ਇਸ ਤੋਂ ਇਲਾਵਾ ਇੱਕ ਸਵਾਲ ਹੈ ਕਿ ਰਣਜੀਤ ਸਿੰਘ ਕਾਜਮਪੁਰ ਜੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ 29 ਤਰੀਕ ਨੂੰ ਅਲੀਪੁਰ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਹੋਇਆ ਸੀ। ਉਸ ਦੇ ਮਾਮਲੇ 'ਚ ਵੀ ਕੱਲ ਪਹਿਲਾਂ ਵੀ ਅਸੀਂ ਮਿਲੇ ਹਾਂ, ਖੁਦ ਭੰਗੂ ਸਾਹਿਬ ਫਿਜ਼ੀਕਲੀ ਮਿਲ ਕੇ ਆਏ ਸੀ ਤਿਹਾੜ ਜੇਲ੍ਹ ਦੇ ਵਿੱਚ ਥਰੂ ਦਿੱਲੀ ਗਵਰਨਮੈਂਟ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਗਵਰਨਮੈਂਟ ਨਾਲ ਇਸ਼ੂ ਟੇਕਅਪ ਕੀਤਾ ਸੀ ਕਿ ਕੋਵਿਡ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤਾਂ ਹੋ ਰਹੀਆਂ, ਸਾਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਡਾਇਰੈਕਟਲੀ ਮਿਲਣ ਦੀ ਇਜਾਜ਼ਤ ਦਿਓ ਤੁਸੀਂ। ਤਾਂ ਉਹਨਾਂ ਨੇ ਵੀ ਇਹ ਸਾਨੂੰ ਕੋਆਪਰੇਟ ਕੀਤਾ। ਅਸੀਂ ਤਿਹਾੜ ਔਰ ਰੋਣੀ ਜੇਲ੍ਹ ਦੇ ਵਿੱਚ ਖੁਦ ਕਿਸਾਨ ਵੀਰਾਂ ਨੂੰ ਮਿਲ ਕੇ ਆਏ ਹਾਂ ਔਰ ਉਹਨਾਂ ਦੀਆਂ ਪ੍ਰੋਬਲਮਸ ਵੀ ਸੁਣੀਆਂ ਔਰ ਉਸੇ ਸਮੇਂ ਦੌਰਾਨ ਅਸੀਂ ਰਣਜੀਤ ਸਿੰਘ ਕਾਜ਼ਮਪੁਰ ਨੂੰ ਵੀ ਮਿਲੇ ਸੀ। ਹੌਸਲੇ 'ਚ ਨੇ ਸਾਰੇ ਵੀਰ। ਇੱਕ ਤਾਂ ਪਹਿਲੀ ਗੱਲ, ਜਿਹੜੇ ਬਾਹਰ ਵੀ ਆਏ ਨੇ, ਜਿਹੜੇ ਅੰਦਰ ਨੇ, ਹੌਸਲੇ 'ਚ ਨੇ ਔਰ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਸਗੋਂ ਚਿੰਤਾ ਉਹਨਾਂ ਨੂੰ ਇਹ ਸੀ ਵੀ ਸਾਡਾ ਮੋਰਚਾ ਨਾ ਖਰਾਬ ਹੋ ਜਾਏ ਕਿਤੇ, ਤੇ ਜਦੋਂ ਮੋਰਚੇ ਦੀ ਚੰਗੀ ਖਬਰ ਉਹਨਾਂ ਨੂੰ ਜਾਂਦੀ ਹੈ ਤਾਂ ਉਹ ਬਿਲਕੁਲ ਡਟੇ ਬੈਠੇ ਨੇ। ਤਾਂ ਕੱਲ ਰਣਜੀਤ ਸਿੰਘ ਕਾਜ਼ਮਪੁਰ ਹੋਣ ਵਾਲੀ ਜਿਹੜੀਆਂ ਲੀਗਲ ਫਾਰਮੈਲਿਟੀਜ਼ ਕੁਝ ਹੋਰ ਕਰਨ ਦੀ ਜ਼ਰੂਰਤ ਸੀ, ਮੈਂ ਉਹ ਹਾਲੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਬੇਲ ਦੀਆਂ ਟੈਕਨੀਕੈਲਿਟੀਜ਼ ਨੇ, ਉਹ ਕੋਈ ਵੀ ਵਕੀਲ ਨਹੀਂ ਚਾਹੁੰਦਾ ਹੁੰਦਾ ਵੀ ਉਹ ਓਪਨ ਕੀਤੀਆਂ ਜਾਣ। ਤਾਂ ਉਹਨਾਂ ਦੀ ਬੇਲ ਹੈ ਜਿਹੜੀ ਸੈਚਰਡੇ ਜਾਂ ਮੰਡੇ ਨੂੰ ਫਾਈਲ ਹੋ ਜਾਏਗੀ। ਉਮੀਦ ਹੈ ਉਹ ਵੀ ਅਗਲੇ ਹਫਤੇ ਸਾਡੇ ਕੋਲ ਸਿੰਘੂ ਮੋਰਚੇ ਤੇ ਵਾਪਸ ਆ ਜਾਣਗੇ। ਇਸ ਤੋਂ ਇਲਾਵਾ ਨੋਟਿਸ ਦਾ ਜਿਹੜਾ ਸਵਾਲ ਸੀ, 24 ਤਰੀਕ ਨੂੰ ਅਸੀਂ ਆਲ ਇੰਡੀਆ ਪੱਧਰ ਤੇ ਜਬਰ ਵਿਰੋਧੀ ਦਿਵਸ ਮਨਾਇਆ। ਉਸ ਦਿਨ ਤਹਿਸੀਲ ਡਿਸਟ੍ਰਿਕਟ ਹੈਡਕੁਆਰਟਰਸ ਤੇ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ। ਉਹਨਾਂ ਦਾ ਵੀ ਇੰਪੈਕਟ ਪਿਆ ਔਰ ਜਿਹੜੇ ਨੋਟਿਸ ਦੇ ਵਿੱਚ ਅਸੀਂ ਕੁਝ ਐਂਟੀਸਪੇਟਰੀ ਬੇਲਸ ਲੈਣ 'ਚ ਕਾਮਯਾਬ ਹੋਏ ਹਾਂ।
ਇਸ ਦਾ ਇੰਪੈਕਟ ਹੈ ਕਿ ਇਹ ਮਾਮਲਾ ਪੁਲਿਸ ਨੂੰ ਰੋਕਣਾ ਪਿਆ, ਇਹ ਐਕਸਪੋਜ਼ ਹੋ ਗਿਆ ਹੈ। ਕਿਸਮ ਨਾਲ ਬਹੁਤ ਸਾਰੀਆਂ ਇਰੈਗੂਲੈਰਿਟੀਜ਼ FIRs ਦੇ ਵਿੱਚ ਸੀਗੀਆਂ। ਮੈਂ ਸਿਰਫ ਇੱਕ ਦੋ ਆਰਡਰਸ ਦਾ ਜ਼ਿਕਰ ਕਰੂੰਗਾ ਕਿ ਕਮਿਸ਼ਨਰ ਪੁਲਿਸ ਨੂੰ ਜੱਜ ਸਾਹਿਬ ਨੇ ਆਰਡਰ ਕੀਤਾ ਬੇਲ ਆਰਡਰ ਦੇ ਵਿੱਚ ਕਿ ਇਨਵੈਸਟੀਗੇਟ ਕਰੋ ਔਰ ਇਹਦੀ ਜਾਂਚ ਕਰੋ ਵੀ ਇਹ ਇਰੈਗੂਲੈਰਿਟੀਜ਼ ਕਿਉਂ ਹੋਈਆਂ। ਲਾਲ ਕਿਲਾ ਦੇ ਮਾਮਲੇ 'ਚ ਜਿਹੜੀ FIR ਆ ਉਸ 'ਚ 3 ਬੰਦਿਆਂ ਦੀ ਬੇਲ ਹੋਈ ਹੈ ਔਰ ਉਹ ਬੇਲ ਦਾ ਆਧਾਰ ਇਹ ਸੀਗਾ ਕਿ ਮੈਚ ਪ੍ਰੈਜ਼ੈਂਸ ਐਟ ਲਾਲ ਕਿਲਾ ਇਜ਼ ਨਾਟ ਐਨੀ ਕੋਈ ਅਫੈਂਸ ਨਹੀਂ ਹੈ, ਜਿੰਨੀ ਦੇਰ ਤੋਂ ਕੋਈ ਅਕਰੈਂਸ ਨਹੀਂ ਕੀਤੀ ਹੈ ਕਿਸੇ ਬੰਦੇ ਨੇ। तो इस मामले ची जम्मू तो हजूरी कीर्तनीय साडे भाई महिंदर सिंह उन्हां नूं गिरफ्तार कीता सी, उन्हां दी भी बेल एप्लीकेशन असीं मूव कीती है। तो रल मिल के सारा कोआर्डीनेट एफर्ट है। जुडिशरी नूं जां देश ने जो समझिया कि 26 नूं बीजेपी गवर्नमेंट ने एक पूरी कॉन्स्पिरेसी कीती है इस किसान घोल नूं बदनाम करन लई, इस नूं डाइवर्ट करन लई। लगभग इदां दा ही सानूं लगदा है कि व्यू जुडिशरी च भी गया हैगा और वो सिंपैथेटिक रही है इस मामले च, और उन्होंने इस मामले च लगभग पुलिस दीयां बहुत सारियां स्टोरीज नूं नहीं मन्निया हैगा और बेल्स कीतियां हैगियां ने। और असीं एक जरूर कहना चाहांगे इस राही कि एजिटेशन है, कामयाब होने लड़ रहे हैं, अपील कराने लड़ रहे हैं। सफल होए तो यह केस खत्म होणगे, ना होए तो असीं उत्थे भी इंश्योर किया और उरे थोड़े राही भी पंजाब और समुचे हरियाणे के और देश वासियों को इंश्योर करना चाहते हैं कि जेडे किसान वीरां ते केस बने ने संयुक्त किसान मोर्चा का लीगल पैनल है जिहड़ा और सारे वकील आखिरी दम तक केस की पैरवाई करांगे और बरी करावांगे उन्हां मित्रां नूं, क्योंकि यह मतलब कहानियां जो FIRs पढ़ते हैं तो इस तरह दी स्टोरीज ने कई बारी खासा भी आउंदा भी 307 थोक दे भाव चलाइयां ने। उन्हां दा इक्को मकसद सी कि खज्जल खराब करिए, टेरराइज करिए और इन्हां नूं परेशान करिए। और ये स्टोरी है जिहड़ी पुलिस दी जाए ये सारी गवर्नमेंट दी जिहड़ी चाल आ मुद्दे मुंह डिग्गी है। एक महीने के अंदर अंदर लगभग 307 ਦੀਆਂ ਸਾਰੀਆਂ ਧਰਾਵਾਂ वाले ਜਿਹੜੇ ਪਰਚੇ ਸੀ ਉਹਨਾਂ ਦੀ ਬੇਲ ਹੋਈਆਂ ਔਰ ਮੁੱਦੇ ਮੁੱਢ ਡਿੱਗੇ ਨੇ। ਆਸ ਹੈ ਅੱਗੇ ਵੀ ਇਸੇ ਤਰ੍ਹਾਂ ਰਹੂਗਾ ਔਰ ਮੋਰਚਾ ਚੜ੍ਹਦੀ ਕਲਾ 'ਚ ਅੱਗੇ ਜਾਰੀ ਰਹੂਗਾ। ਬਾਕੀ ਜੇ ਕੋਈ ਤੁਹਾਡੀ ਕੋਈ ਹੋਰ ਕੁਐਰੀ ਹੋਊਗੀ। ਜਿਹੜਾ ਦੀਪ ਸਿੱਧੂ ਦਾ ਮੈਟਰ ਹੈ ਇੱਕ ਮਿੰਟ ਤੁਸੀਂ ਕਹੋਗੇ ਕਿ एक मिनट लेट अस ਬਹੁਤ ਸਾਰਾ Let us brief it first. ਕਰਨਗੇ ਸਾਡੀ ਜਿਹੜੀ ਲਾਈਨ ਸਮਾਰਟ ਕੋਈ ਫੈਕਟਸ ਹੋਰ ਨੇ ਜਿਹੜੇ ਉਹ ਪਹਿਲਾਂ ਤਾਂ ਅਸੀਂ ਇਹ ਜਿਹੜਾ ਟੋਟਲ ਘਟਨਾਕ੍ਰਮ ਹੋਇਆ 26 ਨੂੰ 29 ਨੂੰ ਜੋ ਚੱਲਦਾ ਵੀ ਹੈ, ਅਸੀਂ ਵੀ ਇੱਕ ਕੰਪਲੀਟ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦੇ ਹਾਂ। ਸੁਪਰੀਮ ਕੋਰਟ ਦਾ ਜੱਜ ਹੋਵੇ, ਰਿਟਾਇਰਡ ਹਾਈ ਕੋਰਟ ਦਾ ਜੱਜ ਹੋਵੇ, ਤਾਂ ਕਿ ਸਾਰੀ ਇੱਕ ਵਾਰ ਨੰਗਾ ਤਾਂ ਹੋਵੇ ਕਿਉਂ ਹੋ ਰਿਹਾ ਸਾਰਾ ਕੁਝ, ਇਹ ਕਿਉਂ ਪਹੁੰਚੇ 26 ਨੂੰ ਐਡੀ ਵੱਡੀ ਐਚ ਕਈ ਐਡੇ ਵੱਡੇ ਪੀਸਫੁਲ ਐਜੀਟੇਸ਼ਨ ਨੂੰ ਜਿਹੜਾ ਵਰਲਡ ਲੈਵਲ ਦਾ ਮੋਰਚਾ ਹੈ ਉਸ ਨੂੰ ਸਾਬੋਤਾਜ ਫੋਇਲ ਕਰਨ ਲਈ ਇਹ ਕੌਂਸਪੀਰੇਸੀ ਪਿੱਛੇ ਹੈ ਕੀ ਸੀ। ਇਹ ਬਿਲਕੁਲ ਅਨਰੇਬਲ ਨੰਗੀ ਹੋਣੀ ਚਾਹੀਦੀ ਹੈ, ਸਾਡੀ ਪ੍ਰੋਮੀਨੈਂਟ ਡਿਮਾਂਡ ਹੈ ਇੱਥੇ। ਸਾਥੀ ਇੰਦਰਜੀਤ ਸਾਡੇ ਹਰਿਆਣੇ ਦੇ ਕੁਝ ਮੁੱਦੇ ਨੇ ਉਹ ਰੱਖਣਗੇ। ये 100 days of successful resistance of the state repression we are facing from the day one itself, और इस आंदोलन के ऐतिहासिक आंदोलन को दुनिया और देश के सामने लाने में हमारा होस्टाइल मीडिया रहने के बावजूद भी आप लोगों के मीडिया ने जितनी मदद की है उसके लिए हम वास्तव में आप सभी के शुक्रगुजार हैं, और उससे बहुत ज़्यादा मदद मिली है उसको जो जितना जेन्युइन वो एजिटेशन है उसमें। तो दूसरा ये है कि साथी ने भी बताया जिस तरह से हमें तो पहले दिन से ही जब यहाँ से मूव करना शुरू किया दिल्ली की तरफ, पहले दिन से ही हरियाणा गवर्नमेंट ने शुरू कर दिया था। ये पहली बार सुनने को मिला होगा कि सड़कें खोदने का काम सरकारें कर रही हैं, बनाने का तो पहले कर देती थी। अभी एक ऑफिसर मेरे को मिला, मैंने कहा यार ये टूटी पड़ी है बनाते क्यों नहीं, बोले बनाने के बाद खोदने में दिक्कत आती है इसलिए नहीं बना रहे। तो मैंने कहा ये ठीक है। तो उसी दिन से ये शुरू हो गया और इसीलिए बीच में 24 तारीख की भी बात की। अभी 6 तारीख को भी ये काला दिवस है। ऑन ऑल द हाउस टॉप्स विल बी होस्टिंग द ब्लैक फ्लैग टुमारो और ब्लैक बैजेस लगाएंगे 6 तारीख को। इसी तरह क्योंकि महिलाएं बहुत बड़ी संख्या में, महिलाओं की जो प्रेजेंस आंदोलन में उसने भी इसको ऐतिहासिक बनाया है आंदोलन को। ऐसा पहले कभी भी नहीं देखने को मिला, और वो दर्शक और पार्टिसिपेंट नहीं है बल्कि एक एक्टर की तरह से किरदार के रूप में महिलाएं उसके अंदर शिरकत कर रही हैं। तो 8 मार्च को भी इसी तरीके से अंतर्राष्ट्रीय महिला दिवस के ऊपर वो खुद ही स्टेजेस को चलाएंगी, खुद ही
प्रिजाइड ओवर करेंगी हर जगह के ऊपर, सभी मोर्चों पे ये निर्णय एसकेएम का है। तो तीसरी बात हम ये कहना चाहते हैं कि सभी को टारगेट कर रहे हैं, इतना बड़ा स्टेटिफाई नहीं होता वो सेक्शन का लगाना, इसलिए भी वो लखनऊ इतना सीरियस था कि वकील साहिबान ने हमारे, हम इनके भी धन्यवादी हैं, और दिल्ली में भी जो आने में जो सफल हो पाए जिस तरीके से। इसी प्रकार से जो सवाल ये भी है कि जितना भुगतना पड़ा उसके लिए, मतलब जो पुलिस इलीगल कस्टडी का टॉर्चर है, तो क्यों नहीं जो पुलिस ऑफिशियल्स हैं उनको प्रोसिक्यूट किया जाए उस मामले के अंदर। उसके अलावा व्हीकल्स, हमारे ट्रैक्टर खड़े थानों में अभी तक बहुत सारे तोड़ भी रखे, उनमें से उनकी सुपुर्ददारी दिए जाने की जरूरत है। समन भेज रहे हैं कि तुम्हारी व्हीकल, तुम्हारा ट्रैक्टर इतने तारीख को दिल्ली था, आप थाने में आके जवाब दो दिल्ली में क्यों था ट्रैक्टर। मतलब ये हालत है, रिडिकुलस इतना वो कर रहे हैं। तो फिर ये जो टारगेटेड वाली मैं बात कर रहा था, उस जैसे बेटी वाली जिनको पकड़ा था, इसी तरीके से हमारे एमएलए हैं हरियाणा के, इंडिपेंडेंट एमएलए हैं बलराज कुंडू साहब, उनके बिजनेस एस्टेब्लिशमेंट्स पे ईडी के छापे चल रहे हैं पिछले 3-4 दिन से, और पता नहीं उनको यहाँ भी आने देंगे कि नहीं। आज बजट सेशन भी है हरियाणा का। हम निंदा करते हैं इस तरीके से, जो क्योंकि उन्होंने समर्थन बीजेपी सरकार से वापस ले लिया था और अब वो एक्टिवली सपोर्ट कर रहे थे किसान आंदोलन की, तो एक एक करके मीडिया के लोगों को भी वो इसी तरीके से कर रहे हैं, जो दिल्ली के मीडिया के साथ भी, न्यूज़ क्लिक पे साथ भी किया, दूसरे बहुत सारे सीनियर जर्नलिस्ट के ऊपर मुकदमे इस तरीके से बनाना। सुप्रीम कोर्ट से रिलीफ नहीं मिलता तो वो भी शायद जेल के अंदर ही बिहाइंड द बार्स होते। तो ये जो एक सिचुएशन है, इसमें ऐसा हम तो यही कहना चाहते हैं कि भाई अगर गवर्नमेंट ये सोचती है, चाहे वो हरियाणा की हो चाहे दिल्ली केंद्र सरकार की, अगर वो ये सोचती है कि इस तरीके की थ्रेट्स एंड इंटिमिडेशन वर्क करेंगे तो ये बहुत बड़ी भूल है उनकी। और हम तो जितने भी आगू बैठे हैं, वैसे तो किसान आंदोलन के आगू हैं, ये तो हमारी एडिशनल ड्यूटी भी लगा रखी है कि भाई आप इसको देख लीजिए। तो हम बहुत शुक्रगुजार हैं वकील साहिबान के भी, जिन्होंने बहुत ही मेहनत करके, एसजीपीसी के भी वहाँ से जो बैठ के साथी रामेंद्र ने उनके बारे में रखा है। तो आप आगे भी हम ये बिल्कुल अपना डिटर्मिनेशन जो है वो एक्सप्रेस कर रहे हैं एक बार फिर से, कि इसके बावजूद भी नथिंग कैन स्टॉप दिस हिस्टोरिकल मूवमेंट टू मूव फॉरवर्ड, एंड वी विल डेफिनेटली विन द थिंग्स बिकॉज देयर वर्ल्ड स्पोर्ट इज नाउ बीइंग कमिंग इन सपोर्ट ऑफ। देश में स्प्रेड हो रहा है जगह जगह, और हमारे तो लीडरशिप की टीम्स भी जहाँ इलेक्शन हो रहे हैं, एसकेएम की सीनियर टीम्स वहाँ पे जा रही हैं। तो इसलिए हम एक बार फिर से आप लोगों का धन्यवाद करते हुए मैं अपनी बात खत्म करता हूँ। क्वेश्चन थोड़ा ਜਿਹਾ 2 ਮਿੰਟ ਬਾਅਦ ਲਵਾਂਗੇ। ਸਾਥੀ ਕਰਨਜੀਤ ਸਿੰਘ ਸੇਖੋਂ ਸਾਡੇ ਲੀਗਲ ਪੈਨ ਦੇ ਮੈਂਬਰ ਹੈ, ਉਹ ਐਡ ਕਰਨਗੇ ਕੁਝ। ਪੱਤਰਕਾਰ ਸਾਥੀਓ, ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਵੀ ਇਹ ਅੰਦੋਲਨ ਜਿਹੜਾ ਹੈਗਾ, ਜਦੋਂ ਇਹ 3 ਕਾਲੇ ਕਾਨੂੰਨ ਆਰਡੀਨੈਂਸ ਦੇ ਰੂਪ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਲੈ ਕੇ ਆਏ, ਉਸ ਸਮੇਂ ਤੋਂ ਹੀ ਇਹ ਲਗਾਤਾਰ ਜਾਰੀ ਆ। ਪਹਿਲਾਂ ਪੰਜਾਬ ਦੇ ਵਿੱਚ ਇਹ ਵੱਖ-ਵੱਖ ਰੂਪਾਂ ਦੇ ਵਿੱਚ ਇਹ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੈ ਪੰਜਾਬ ਤੋਂ ਕੀਤੀ ਗਈ, ਔਰ ਉਸ ਤੋਂ ਬਾਅਦ ਲਗਾਤਾਰ ਇਹ ਅੰਦੋਲਨ ਤਕਰੀਬਨ 100 ਦਿਨ ਹੋ ਜਾਣੇ ਆ। ਇਹ ਸਿੰਘੂ ਬਾਰਡਰ, ਟੀਕਰੀ ਬਾਰਡਰ, ਗਾਜ਼ੀਪੁਰ ਬਾਰਡਰ, ਸ਼ਾਹਜਹਾਂਪੁਰ ਬਾਰਡਰ, ਜਿਹੜੇ ਵੀ ਦਿੱਲੀ ਦੇ ਨਾਲ ਮੇਨ ਕਨੈਕਟ ਕਰਦੇ ਆ, ਉਹਨਾਂ ਸਾਰੇ ਬਾਰਡਰਾਂ ਦੇ ਉੱਤੇ ਜਾਰੀ ਆ। ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਇਹ 3 ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ, ਇਹਨਾਂ ਨੂੰ ਕਾਲੇ ਕਾਨੂੰਨ ਇਸ ਲਈ ਕਿਹਾ ਜਾ ਰਿਹਾ, ਇਹ ਸੰਵਿਧਾਨ ਦੀ ਟੋਟਲ ਜੋ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈਗਾ, ਇਹ ਉਹਦੀ ਟੋਟਲ ਵਾਇਲੇਸ਼ਨ 'ਚ ਬਣਾਏ ਗਏ ਆ। ਕਿਉਂਕਿ ਸਪੈਸੀਫਿਕਲੀ ਸਟੇਟ ਦਾ ਤੇ ਸੈਂਟਰ ਦਾ ਜਿਹੜੀਆਂ ਪਾਵਰਸ ਹੈਗੀਆਂ ਕਾਨੂੰਨ ਬਣਾਉਣ ਦੇ ਉੱਤੇ, ਇਹ ਡਿਵਾਈਡਡ ਤੇ ਇਹਨਾਂ ਦੀ ਬਾਈਫਰਕੇਸ਼ਨ ਕੀਤੀ ਹੋਈ ਹੈ। ਔਰ ਐਗਰੀਕਲਚਰ ਆ ਜਿਹੜਾ, ਇਹ ਸਬਜੈਕਟ ਜਿਹੜਾ ਹੈਗਾ, ਇਹ ਆਈਟਮ ਨੰਬਰ 14 ਹੈ, ਉਹਦੇ ਵਿੱਚ ਫਾਲ ਕਰਦਾ। ਔਰ ਆਈਟਮ ਨੰਬਰ 14 ਸਪੈਸੀਫਿਕਲੀ ਇਹਦੇ ਉੱਤੇ ਸਟੇਟ ਲੈਜਿਸਲੇਚਰਸ ਹੀ ਲਾਅ ਬਣਾ ਸਕਦੀਆਂ ਨੇ, ਔਰ ਸੈਂਟਰ ਆ ਜਿਹੜੀ ਤੇ ਪਾਰਲੀਮੈਂਟ ਹੈ, ਉਹ ਕਦੇ ਵੀ ਐਗਰੀਕਲਚਰ ਦੇ ਅਕੋਰਡਿੰਗ ਟੂ ਕਨਸਟੀਟਿਊਸ਼ਨ
ਲਾਅ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਆਈਟਮ ਨੰਬਰ 26 ਹੈ ਜਿਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਹੈ ਫੇਅਰ ਐਂਡ ਮਾਰਕੀਟਸ, ਔਰ ਫੇਅਰ ਐਂਡ ਮਾਰਕੀਟਸ ਦੇ ਉੱਤੇ ਜੇ ਕੋਈ ਕਾਨੂੰਨ ਟ੍ਰੇਡ ਐਂਡ ਕਮਰਸ ਫੇਅਰ ਐਂਡ ਮਾਰਕੀਟਸ ਨੇ ਜਿਹੜੇ ਉਹਦੇ ਉੱਤੇ ਸਿਰਫ ਜਿਹੜੀ ਹੈ ਸਟੇਟ ਹੀ ਕਾਨੂੰਨ ਬਣਾ ਸਕਦੀ ਆ। ਪਰ ਕਿਉਂਕਿ ਇਹਨਾਂ ਨੇ ਕਿਹਾ ਵੀ ਕਨਕਰੈਂਟ ਲਿਸਟ ਜਿਹੜੀ ਹੈ ਔਰ ਕਨਕਰੈਂਟ ਲਿਸਟ ਦਾ ਆਈਟਮ ਨੰਬਰ 33 ਆ, ਉਹਦੇ ਤਹਿਤ ਅਸੀਂ ਇਹ ਪਾਰਲੀਮੈਂਟ ਆਥੋਰਾਈਜ਼ ਹੈ, ਪਾਰਲੀਮੈਂਟ ਨੇ ਇਹ ਤਿੰਨੋਂ ਲਾਜ਼ ਦੇ ਵਿੱਚ ਮੋਡੀਫਿਕੇਸ਼ਨ ਤੇ ਨਵੇਂ ਲਾਜ਼ ਬਣਾਏ ਆ ਤੇ ਇਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਕਿ ਆਈਟਮ ਨੰਬਰ 33 ਦੇ ਵਿੱਚ ਕਲੀਅਰ ਕੱਟ ਟ੍ਰੇਡ ਐਂਡ ਕਮਰਸ ਹੈ ਔਰ ਉਸ ਦੇ ਵਿੱਚ ਕਿਤੇ ਵੀ ਮਾਰਕੀਟ ਅਤੇ ਫੇਅਰ ਮੈਂਸ਼ਨ ਨਹੀਂ ਹੈ, ਟ੍ਰੇਡ ਐਂਡ ਕਮਰਸ ਹੈ। ਔਰ ਜੇ ਪਾਰਲੀਮੈਂਟ ਔਰ ਸੈਂਟਰਲ ਗਵਰਨਮੈਂਟ ਕੋਈ ਲਾਅ ਮਤਲਬ ਆਈਟਮ ਨੰਬਰ 33 ਜੋ ਕਨਕਰੈਂਟ ਲਿਸਟ ਦੀ ਆਈਟਮ ਨੰਬਰ 33 ਆ ਉਹਦੇ ਉੱਤੇ ਕੋਈ ਲਾਅ ਬਣਾਉਣਾ ਚਾਹੁੰਦੀ ਆ ਤਾਂ ਉਹਨਾਂ ਨੂੰ ਟ੍ਰੇਡ ਐਂਡ ਕਮਰਸ ਦੇ ਉੱਤੇ ਲਾਅ ਬਣਾਉਣ ਦਾ ਹੀ ਕਨਸਟੀਟਿਊਸ਼ਨ ਆਥੋਰਾਈਜ਼ ਕਰਦਾ ਹੈ। ਐਗਰੀਕਲਚਰ ਦੇ ਉੱਤੇ, ਮਾਰਕੀਟ ਦੇ ਉੱਤੇ, ਫੇਅਰ ਦੇ ਉੱਤੇ ਬਿਲਕੁਲ ਵੀ ਕੋਈ ਲਾਅ ਬਣਾਉਣ ਦੀ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਸੈਂਟਰਲ ਗਵਰਨਮੈਂਟ ਨੂੰ ਤੇ ਪਾਰਲੀਮੈਂਟ ਨੂੰ ਆਥੋਰਾਈਜ਼ ਨਹੀਂ ਕਰਦਾ। ਔਰ ਇਹ ਗੱਲ ਜਿਹੜੀ ਹੈ ਅਸੀਂ ਸਪੈਸੀਫਿਕਲੀ ਸੈਂਟਰਲ ਗਵਰਨਮੈਂਟ ਦੇ ਨਾਲ ਸਾਡੀਆਂ 11 ਮੀਟਿੰਗਾਂ ਹੋਈਆਂ ਔਰ ਉਸ ਤੋਂ ਪਹਿਲਾਂ ਇੱਕ ਮੀਟਿੰਗ ਜਿਹੜੀ ਸਾਡੀ ਹੈ ਉਹ ਸੈਂਟਰਲ ਐਗਰੀਕਲਚਰ ਸੈਕਟਰੀ ਸੰਜੇ ਅਗਰਵਾਲ ਨਾਲ ਹੋਈ। ਔਰ ਪਹਿਲੀ ਮੀਟਿੰਗ ਦੇ ਵਿੱਚ ਹੀ ਅਸੀਂ ਇੱਥੇ ਕਿਸਾਨ ਭਵਨ ਦੇ ਵਿੱਚ ਹੀ ਉਸ ਤੋਂ ਪਹਿਲਾਂ ਮੀਟਿੰਗ ਕਰਕੇ ਬਕਾਇਦਾ ਤੌਰ ਤੇ ਇੱਕ ਡਾਕੂਮੈਂਟ ਤਿਆਰ ਕਰਕੇ ਔਰ ਪੁਆਇੰਟ ਵਾਈਜ਼ ਉਹਦੀ ਰਿਪਲਾਈ ਲੈ ਕੇ ਗਏ ਆ ਤੇ ਉਹ ਸਬਮਿਟ ਕੀਤਾ ਹੈਗਾ। ਔਰ ਇਸੇ ਤਰ੍ਹਾਂ ਅਸੀਂ ਜਿਹੜੀ ਫਸਟ ਮੀਟਿੰਗ ਸਾਡੀ ਵਿਗਿਆਨ ਭਵਨ ਦੇ ਵਿੱਚ ਤੇ ਸੈਕੰਡ ਮੀਟਿੰਗ ਆ ਜਿਹੜੀ ਜਿਸ ਦੇ ਵਿੱਚ ਕੇਂਦਰ ਵੱਲੋਂ ਮਤਲਬ ਹਾਂ ਕੋਈ ਇਹ ਆਪਾਂ ਜ਼ਿਆਦਾ ਤਾਂ ਇਸ ਲਈ ਕੋਈ ਬਸ ਹਾਂ ਨਹੀਂ ਉਹੀ ਹੈ ਇੱਕ ਮਿੰਟ ਸਾਰਾ ਬੈਕਗ੍ਰਾਉਂਡ ਉਹੀ ਲੈ ਇਸ ਲਈ ਸਵਾਲ ਮੇਰੇ ਕਹਿਣ ਦਾ ਮਤਲਬ ਇਹ ਹੈ ਬੇਨਤੀ ਆ ਥੋੜੀ ਜਿਹੀ ਜੇ ਤਾਂ ਹੁਣ ਕੋਈ ਦਿੱਕਤਾਂ ਨੇ ਨਹੀਂ ਉਹੀ ਦੱਸ ਰਿਹਾ ਮੈਂ ਇਹਨੂੰ ਹੁਣ ਸਿਰਫ ਨਿਬੇੜ ਉਹੀ ਦਿਆਂ। ਦੱਸ ਰਿਹਾ ਤਾਂ ਇਸ ਲਈ ਮਤਲਬ ਜਿਹੜੇ ਇਹ ਅਨਕਨਸਟੀਟਿਊਸ਼ਨਲ ਲਾਅ ਵੀ ਅਨਕਨਸਟੀਟਿਊਸ਼ਨਲ ਬਣਾਏ ਆ ਔਰ ਇਸ ਕਰਕੇ ਰਿਪਰੈਸ਼ਨ ਵੀ ਜਿਹੜਾ ਹੋ ਰਿਹਾ ਉਹ ਵੀ ਰਿਪਰੈਸ਼ਨ ਜਿਹੜਾ ਹੈਗਾ ਉਹ ਟੋਟਲ ਜਿਹੜਾ ਲੀਗਲ ਪ੍ਰੋਸੀਜਰ ਹੈ ਉਹਨੂੰ ਮਤਲਬ ਜੇ ਆਪਾਂ ਕਹਿ ਲਈਏ ਵੀ ਛਿੱਕੇ ਟੰਗ ਕੇ ਔਰ ਆਈਪੀਸੀ ਦੇ ਵਿੱਚ 307 ਜਿਹੜੀ ਹੈ ਉਹਦੇ ਇਨਗਰੀਡੀਐਂਟਸ ਨੇ ਜਿਹੜੇ ਉਹ ਸਪੈਸੀਫਾਈ ਕੀਤੇ ਆ ਔਰ ਕਿਸਾਨਾਂ ਦੇ ਉੱਤੇ ਜਿਹੜੇ ਉੱਥੇ ਗਏ ਨਹੀਂ ਲਾਲ ਕਿਲੇ ਤੇ, ਜਿਹੜੇ ਕਿਸਾਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਅਟੈਂਪਟ ਟੂ ਮਰਡਰ ਦੀ ਕੋਸ਼ਿਸ਼ ਨਹੀਂ ਕੀਤੀ ਔਰ ਉਸ ਤਰ੍ਹਾਂ ਦੇ ਮਤਲਬ ਜਿਹੜੇ ਅਫੈਂਸਸ ਨੇ ਉਹ ਉਹਨਾਂ ਦੇ ਉੱਤੇ ਮੜ ਦਿੱਤੇ ਗਏ ਆ। ਔਰ ਇਸੇ ਤਰੀਕੇ ਨਾਲ CRPC ਮਤਲਬ ਉਹਨਾਂ ਦੇ ਨੋਟਿਸ ਬਿਲਕੁਲ ਵਾਇਲੇਸ਼ਨ ਦੇ ਵਿੱਚ ਦਿੱਤੇ ਜਾ ਰਹੇ ਆ। ਮੇਰੇ ਕਹਿਣ ਦਾ ਭਾਵ ਇਹੀ ਆ ਵੀ ਜਿਹੜੇ ਕਾਲੇ ਕਾਨੂੰਨ ਆ ਉਹ ਵੀ ਕਨਸਟੀਟਿਊਸ਼ਨ ਦੀ ਵਾਇਲੇਸ਼ਨ 'ਚ ਨੇ ਔਰ ਜਿਹੜੇ ਇਹ FIRs ਰਜਿਸਟਰ ਕੀਤੀਆਂ ਗਈਆਂ ਇਹ ਟੋਟਲ IPC CRPC ਐਵੀਡੈਂਸ ਐਕਟ ਉਹਨਾਂ ਦੀ ਟੋਟਲ ਵਾਇਲੇਸ਼ਨ ਦੇ ਵਿੱਚ ਕੀਤਾ ਜਾ ਰਿਹਾ। ਇਸ ਕਰਕੇ ਕੇਂਦਰੀ ਸਰਕਾਰ ਚਾਹੁੰਦੀ ਆ ਵੀ ਅਸੀਂ ਕਿਸਾਨ ਮੂਵਮੈਂਟ ਨੂੰ ਇਸ ਢੰਗ ਨਾਲ ਦਬਾ ਦਾਂਗੇ ਤਾਂ ਕਿਸਾਨ ਮੂਵਮੈਂਟ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਆ ਜਿਹੜੀ ਐਡਵਾਂਸ ਹੋ ਰਹੀ ਆ। ਔਰ ਇਹ ਪਹਿਲਾਂ ਕਹਿੰਦੇ ਸੀ ਪੰਜਾਬ 'ਚ ਹਰਿਆਣੇ 'ਚ ਹੁਣ ਉਹ ਕਰਨਾਟਕਾ 'ਚ ਵੀ, ਤਾਮਿਲਨਾਡੂ 'ਚ ਵੀ, ਪੱਛਮੀ ਬੰਗਾਲ 'ਚ ਵੀ, ਬਿਹਾਰ 'ਚ ਵੀ ਔਰ ਹਿੰਦੁਸਤਾਨ ਦਾ ਕੋਈ ਕੋਨਾ ਨਹੀਂ ਜਿੱਥੇ ਕਿਸਾਨ ਮੂਵਮੈਂਟ ਐਡਵਾਂਸ ਨਾ ਹੋ ਰਹੀ ਹੋਵੇ। ਇੱਕ ਮਿੰਟ ਚਲੋ ਅਸੀਂ ਸਬਜੈਕਟ ਤੇ ਹੀ ਆ ਰਹੇ ਹਾਂ। ਕੁਐਸਚਨ ਮੈਨੂੰ ਪਤਾ ਹੈ, ਕੁਐਸਚਨਾਂ ਦੇ ਲਈ ਬੈਠੇ ਹਾਂ ਆਪਾਂ। ਹਾਂ ਬਸ ਕੋਈ ਵੀ ਸੱਜਣ ਦੱਸੇ ਨਾ ਫੈਕਟਸ ਵੀ ਨਾਲ ਹਾਂ ਬਿਲਕੁਲ ਫੈਕਟਸ ਵੀ ਨਾਲ ਹੋਣ ਤਾਂ ਬਿਲਕੁਲ ਬਸ ਸਿਰਫ 2 ਮਿੰਟ ਲਈ ਸਾਡੇ ਹਰਪਾਲ ਸਿੰਘ ਕਿਉਂਕਿ BKU ਜੜੂਨੀ ਉਹਦੇ ਸਤਿਕਾਰਯੋਗ ਆਗੂ ਨੇ और लीगल टीम के मेंबर है 2 मिनट लिए ऐड करनेंगे फिर आप क्वेश्चन लो। नमस्कार साथियों, धन्यवाद साथियों। पूरी जानकारी तो मेरे सभी साथियों ने आप लोगों को दे दी है, तो मैं तो आपको सिर्फ इतना ही कहना चाहूँगा कि जैसे आपके माध्यम से सरकार को कि जुल्मी जब जुल्म करेगा संस्था के गलियारों से चप्पा चप्पा गूंज उठेगा इंकलाब के नारों से। सरकार ने देख लिया किसानों पर झूठे मुकदमे दर्ज करके उनको 307 जैसे मुकदमे फंसा के अब जो जब सरकार के 100 साल पूरे होते हैं, ऐसे ही हम अपने आंदोलन का जश्न मना रहे हैं और KMP रोड जाम करके जश्न मना रहे हैं 100 दिन होने पे। तो ये हम जीत की तरफ ही जा रहे हैं, क्योंकि ये हम सभी जीवों की जो उनके खाने की जो लड़ाई जो लड़ाई लड़ रहे हैं उनके पेट की,
तो ये सभी आप लोग भी हमारा सहयोग करें और इस गूंगी बहरी सरकार को मनाने में हमारी मदद करें। सबसे पहले बात हम उनको छड़वाने की, उसके बाद ट्रैक्टर हमें निकलवाने, क्योंकि किसान को आज ट्रैक्टर की जरूरत है, भी गेहूं उठाने जा रहे हैं वो, तो उनके उसके लिए सबसे दूसरा स्टेप हमारा ट्रैक्टर्स का होगा। उसके बाद जो नोटिस भेजे हैं झूठे, अब तो बंद कर दिए, अब तो उसके बाद नोटिस का देखेंगे। धन्यवाद। हाँ जी, एक ਤੁਹਾਨੂੰ ਸਾਹਿਬ ਥੋੜਾ ਜਿਹਾ ਦੱਸ ਦਿਓਗੇ ਕਿੰਨੇ 360 ਦੇ ਮੁਕੱਦਮੇ ਨੇ, ਕਿੰਨੀ ਐਂਟੀਸਿਪੇਟਰੀ ਬੇਲ ਤੁਸੀਂ ਲਾ ਰਹੇ ਹੋ, ਕਿੰਨੇ ਟਰੈਕਟਰ ਬੰਦ ਨੇ, ਕਿੰਨੀਆਂ ਕਿੰਨੇ ਹੋਰ ਮਸ਼ੀਨਰੀ ਮਤਲਬ ਨਾਲ ਇਹ ਵੀ ਥੋੜਾ ਦੱਸ ਦਿਓ ਕਿ ਕਈਆਂ ਦੀ ਡੈਥ ਹੋ ਚੁੱਕੀ, ਉਹਨਾਂ ਨੂੰ ਨੋਟਿਸ ਭੇਜਣੇ, ਕਈ ਬਜ਼ੁਰਗ ਨੇ 90 ਸਾਲ ਦੇ, ਉਹਨਾਂ ਨੂੰ ਨੋਟਿਸ ਭੇਜਣੇ, ਕਿੰਨਾ ਮਿੰਟ ਧਿਆਨ। ਦੇਖੋ ਇਸ ਤਰ੍ਹਾਂ ਹੈ ਇੱਕ ਟੌਰਚਰ ਵਾਲੀ ਵੀ ਗੱਲ ਆਈ ਆ ਸਾਹਮਣੇ ਕਿ ਹਾਂ ਥਾਣੇ ਵੀ ਇਹ ਸਾਰੇ ਦੇ ਵਿੱਚ ਮੈਂ ਪਹਿਲਾਂ ਸ਼ੁਰੂ ਕਰਦੇ ਵੀ ਗੱਲ ਕਹੀ ਸੀ ਕਿ ਜਿੰਨੇ 151 ਕਿਸਾਨ ਜੇਲ੍ਹਾਂ 'ਚ ਗਏ, ਆਲਮੋਸਟ ਹਾਫ ਆਫ them they were implicated under 307 ਔਰ ਬਾਕੀ ਨੇ ਜਿਹੜੇ ਉਹ ਦੂਜੀਆਂ ਧਾਰਾਵਾਂ ਦੇ ਵਿੱਚ ਸੀ। ਇਸ ਲਈ ਇਹ ਨਹੀਂ ਹੈ ਵੀ ਕੋਈ 307 'ਚ ਬੇਲ ਨਹੀਂ ਹੋਈ। 307 ਵੀ ਜਿਵੇਂ ਸਾਥੀ ਕਹਿ ਰਹੇ ਸੀ, ਇਟ ਵਾਸ ਨਾਟ ਮੇਡ ਆਊਟ। ਜੇ ਨਾ ਮੇਡ ਆਊਟ ਹੋਵੇ ਤਾਂ ਕੋਰਟਸ ਨੂੰ ਪਤਾ ਹੁੰਦਾ ਹੈ। ਇਸ ਲਈ ਉਹਨਾਂ ਦੇ ਵਿੱਚ ਵੀ ਬੇਲ ਹੋਈ ਹੈ। ਔਰ ਜਿੰਨਾ ਵੀ ਝੂਠੇ ਪਰਚੇ, ਝੂਠੀ ਸਟੋਰੀ ਕਨਕਾਊਟਡ ਕਹੀਏ ਆਪਾਂ, ਬਣਾਈ ਸੀ ਪੁਲਿਸ ਨੇ, ਉਹ ਕਿਤੇ ਕੋਰਟ 'ਚ ਸਟੈਂਡ ਨਹੀਂ ਕੀਤਾ ਹੈ। ਇਹਦਾ ਬੇਲ ਮਿਲਣ ਦਾ ਵੀ ਕਾਰਨ ਇਹੀ ਸੀ, ਕਿਸੇ ਦਾ ਕੋਈ ਐਕਟ ਤਾਂ ਹੈ ਹੀ ਨਹੀਂ ਸੀ। ਕ੍ਰਿਮੀਨਲ ਲਾ ਤਾਂ ਬੇਸਿਕਲੀ ਕਹਿੰਦਾ ਨਾ ਵੀ ਬੰਦਾ ਕੋਈ ਐਕਟ ਕਰੇ, ਫੈਸਲਾ ਤਾਂ ਹੀ ਕਮਿਟ ਹੋਣਾ। ਜੇ ਕੋਈ ਐਕਟ ਕਰੇ ਨਾ, ਮੀਅਰ ਪ੍ਰੈਜ਼ੈਂਸ ਹੈ, ਕੋਈ ਕਿਤੇ ਖੜਾ ਹੋ ਰਿਹਾ, ਇਸ ਤਰ੍ਹਾਂ ਦਾ ਬਣਦਾ ਨਹੀਂ। ਇਹ ਸਾਰੇ ਇਸ ਤਰ੍ਹਾਂ ਹੀ ਸੀ, ਬੇਲਾਂ ਇਸ ਕਰਕੇ ਹੋਈਆਂ ਨੇ। ਨੋਟਿਸ ਦਾ ਜਿੱਥੇ ਤੱਕ ਸਵਾਲ ਹੈ, ਅਸੀਂ ਨੋਟਿਸ ਨੂੰ ਪਹਿਲੇ ਦਿਨ ਹੀ ਕਿਹਾ ਵੀ ਡੋਂਟ ਟੇਕ ਨੋਟਿਸ ਆਫ ਦਾ ਨੋਟਿਸਿਸ। ਅਸੀਂ ਇਸ ਨੂੰ ਪੋਲੀਟੀਕਲ ਨੋਟਿਸ ਨੇ, ਇਹਨਾਂ ਨੂੰ ਪੋਲੀਟੀਕਲੀ ਫਾਈਟ ਆਊਟ ਕਰਾਂਗੇ। ਟਰੈਕਟਰ ਤੇ ਮਸ਼ੀਨਰੀ ਪੋਲੀਟੀਕਲੀ ਫਾਈਟ ਆਊਟ ਕਰਾਂਗੇ ਔਰ ਫਾਈਟ ਆਊਟ ਕੀਤਾ। ਸਾਰੇ ਕਿਸਾਨਾਂ ਨੂੰ ਕਿਹਾ ਵੀ ਕੋਈ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਨੀ, ਕਿਤੇ ਜਾਣਾ ਨਹੀਂ। ਔਰ ਉਹਦਾ ਸਿੱਟਾ ਜੇ ਹੈ, ਜਦੋਂ ਜਿਵੇਂ ਸਾਥੀ ਨੇ ਰਮਿੰਦਰ ਨੇ ਕਿਹਾ ਸੀ 24 ਤਰੀਕ ਨੂੰ ਅਸੀਂ ਕੀਤਾ ਹੈ, ਤਾਂ ਉਸ ਤੋਂ ਬਾਅਦ ਪੁਲਿਸ ਨੂੰ ਕਿਤੇ ਨਾ ਕਿਤੇ ਹੋਸ਼ ਆਈ ਫਿਰ ਵੀ ਇਹੋ ਜਿਹੇ ਨੋਟਿਸ ਅੰਨ੍ਹੇਵਾਹ ਤੁਸੀਂ ਉਹਨਾਂ ਲੋਕਾਂ ਨੂੰ ਵੀ ਦੇ ਰਹੇ ਹੋ ਜਿਨ੍ਹਾਂ ਦੀ ਪਹਿਲਾਂ ਡੈਥ ਹੋ ਚੁੱਕੀ ਹੈ, ਅਖਬਾਰਾਂ 'ਚ ਪ੍ਰੋਮੀਨੈਂਟਲੀ ਆਇਆ, ਉਹਨਾਂ ਵੀ ਤੁਸੀਂ ਸਰਵ ਕਰੀ ਜਾ ਰਹੇ ਹੋ। ਉਹ ਜਸਟ ਉਹਦਾ ਮਹਿਨਾ ਸਿਰਫ ਇਹ ਹੈ, ਜਸਟ ਟੂ ਕ੍ਰੀਏਟ ਟੈਰਰ। ਇਸ ਲਈ ਹੁਣ ਕਿਤੇ ਨਾ ਕਿਤੇ ਉਸ ਨੂੰ ਨੱਥ ਪੈਣੀ ਸ਼ੁਰੂ ਹੋਈ ਹੈ। ਪਰ ਜਿਨ੍ਹਾਂ ਨੂੰ ਭੇਜ ਵੀ ਰਹੇ ਆ, ਅਸੀਂ 3 ਨੋਟਿਸ ਚੈਲੰਜ ਕੀਤੇ ਸੀ ਉੱਤਰਾਖੰਡ ਦੇ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਨ ਪੁਲਿਸ ਪਹੁੰਚੀ ਸੀ। ਪੰਜਾਬ 'ਚ ਜੇ ਅਰੈਸਟ ਕਰਨ ਪੁਲਿਸ ਨਹੀਂ ਆਈ, ਸਾਡਾ ਸਾਫ਼ ਇੱਥੇ ਐਲਾਨ ਹੈ, ਕਿਤੇ ਅਰੈਸਟ ਕਰਨ ਪੁਲਿਸ ਜਾਵੇ ਤਾਂ ਤੁਸੀਂ ਅਰੈਸਟ ਉਹਨਾਂ ਨੂੰ ਹੀ ਕਰੋ। ਅਸੀਂ ਪੰਜਾਬ 'ਚ ਖੁੱਲ੍ਹ ਕੇ ਕਿਹਾ, ਅੱਜ ਵੀ ਮੈਂ ਕਹਿਣਾ ਇੱਥੇ ਸਭ ਨੂੰ ਐਲਾਨ ਹੈ ਸਾਡਾ ਇਹ, ਕਿਤੇ ਵੀ ਦਿੱਲੀ ਦੀ ਪੁਲਿਸ ਜਿਹੜੀ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ, ਕਿਸੇ ਕਿਸਾਨ ਨੂੰ ਅਰੈਸਟ ਕਰਨ ਜਾਂਦੀ ਹੈ ਤਾਂ ਉਹਨੂੰ ਅਰੈਸਟ ਉੱਥੇ ਹੀ ਕੀਤਾ ਜਾਏ, ਕਰਾਓ ਕੀਤਾ ਜਾਏ। ਕਿਸਾਨ ਕਰਨਗੇ ਪਿੰਡਾਂ ਦੇ ਵਿੱਚ। ਤੁਹਾਡੀ ਮੰਗ ਇੱਕ ਜੁੜ ਗਈ ਹੈ ਕਿ ਜੋ ਪੁਲਿਸ ਨੇ ਜ਼ੁਲਮ ਜ਼ਬਰ ਕੀਤਾ ਉਹਦਾ ਵਿਰੋਧ ਕਰਾਂਗੇ। ਉਹਦੇ ਵਿੱਚ ਲੱਖਾ ਸਦਾਣਾ ਦੇ ਪਰਚੇ ਰੱਦ ਕਰਾਉਣ ਤੇ ਦੀਪ ਸਿੱਧੂ ਦੀ ਜ਼ਮਾਨਤ ਦਾ ਮਾਮਲਾ ਜਾਂ ਪੈਸੇ ਦਾ ਮਾਮਲਾ ਵੀ ਨਾਲ ਚੱਲੇਗਾ। ਬਿਲਕੁਲ, ਦੇਖੋ ਇਸ ਤਰ੍ਹਾਂ ਹੈ ਵੀ ਅਸੀਂ ਬੜਾ ਫ੍ਰੀ ਐਂਡ ਫੇਅਰ ਹੈ, ਕਿਸਾਨਾਂ ਦਾ ਅੰਦੋਲਨ ਹੈ, ਇਹ ਇੱਕ ਪਬਲਿਕ ਮੂਵਮੈਂਟ ਹੈ। ਇਸ ਮੂਵਮੈਂਟ ਦੇ ਅੰਦਰ ਜਿਹੜਾ ਵੀ ਸੰਯੁਕਤ ਕਿਸਾਨ ਮੋਰਚੇ ਦਾ ਡਿਸਪਲਿਨ ਹੈ ਔਰ ਪ੍ਰੋਗਰਾਮ ਹੈ, ਜਿਹੜਾ ਉਸ ਨੂੰ ਮੰਨ ਕੇ ਸ਼ਾਮਿਲ ਹੁੰਦਾ ਹੈ, ਸਾਡੇ ਲਈ ਕੋਈ ਪਰਾਇਆ ਨਹੀਂ, ਸਭ ਦੀ ਮਦਦ ਹੋਏਗੀ। ਇਹ ਉਹਨਾਂ ਨੇ ਦੇਖਣਾ ਕਿ ਉਹ ਸਾਡੇ ਡਿਸਪਲਿਨ, ਸਾਡੇ ਪ੍ਰੋਗਰਾਮ ਨਾਲ ਸਹਿਮਤ ਹੈ ਕਿ ਨਹੀਂ ਹੈ। ਜਿਹੜੇ ਸਹਿਮਤ ਨੇ ਸਾਡੇ ਡਿਸਪਲਿਨ 'ਚ, ਸਾਰਿਆਂ ਦੀ ਮਦਦ ਹੋਏਗੀ, ਕਿਸੇ ਨਾਲ ਕੋਈ ਪੱਖਪਾਤ ਨਹੀਂ। ਮਤਲਬ ਗੱਲ ਹੋਈ ਕਿ ਦਿੱਲੀ ਦੀ ਗੁਰਦੁਆਰਾ ਕਮੇਟੀ ਪੂਰਾ ਸਾਥ ਨਿਭਾ ਰਹੀ ਆ। ਦਿੱਲੀ ਕਮੇਟੀ ਦਾ ਮਤਲਬ ਸਰਸਾ ਦਾ ਮਤਲਬ ਸੁਖਬੀਰ ਬਾਦਲ ਦਾ ਮਤਲਬ ਅਕਾਲੀ ਦਲ। ਹੁਣ ਸੰਯੁਕਤ ਮੋਰਚਾ ਅਕਾਲੀ ਦਲ ਦੇ ਸਮਰਥਨ ਨਾਲ ਚੱਲ ਰਿਹਾ। ਇਸ ਤਰ੍ਹਾਂ ਨਹੀਂ ਅਸੀਂ ਦੇਖਦੇ ਇਸ ਨੂੰ। ਹਾਂ ਕਰੋ, ਕਲੈਰੀਫਾਈ ਕਰੋ। ਦਿੱਲੀ ਗੁਰਦੁਆਰਾ ਕਮੇਟੀ ਯੈਸ ਯੈਸ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਇੱਕ ਸੰਵਿਧਾਨਕ ਬੋਡੀ ਹੈ, ਇਲੈਕਟਡ ਪ੍ਰੈਜ਼ੀਡੈਂਟ ਨੇ, ਔਰ ਉਸ ਬੋਡੀ ਦੇ ਪ੍ਰੈਜ਼ੀਡੈਂਟ ਦੇ ਰੂਪ 'ਚ ਹੀ ਉਹ ਇਸ 'ਚ ਆ ਰਹੇ ਨੇ। ਸਾਰਾ ਵਕੀਲਾਂ ਦਾ ਪੈਨਲ ਉਹਨਾਂ ਦਾ ਨਹੀਂ ਹੈ, ਇਹਦੇ 'ਚ ਬਹੁਤ ਸਾਰੇ ਵਕੀਲ ਨੇ ਜਿਹੜੇ ਵਲੰਟੀਅਰ ਲਈ ਸੇਵਾ ਕਰਨ ਲਈ ਅੱਗੇ ਆਏ। ਉਹਨਾਂ ਨੇ ਸਾਨੂੰ ਲੌਜਿਸਟਿਕ ਸਪੋਰਟ ਦਾ ਭਾਵ ਇਹ ਹੈ ਕਿ ਉਹਨਾਂ ਨੇ ਆਪਣਾ ਆਫਿਸ ਸਾਨੂੰ ਜ਼ਰੂਰ ਪ੍ਰੋਵਾਈਡ ਕਰਾਇਆ ਜਿੱਥੋਂ ਬੈਠ ਕੇ ਚੱਲਦੇ। ਦਿੱਲੀ ਕਮੇਟੀ ਦਾ 4 ਮੈਂਬਰਾਂ ਦਾ 4 ਐਡਵੋਕੇਟਸ ਦਾ ਪੈਨਲ ਸੀ, ਉਹ ਵੀ ਸਾਡੇ ਨਾਲ ਜੁੜਿਆ। ਉਹਨਾਂ 'ਚ ਅਮਰਵੀਰ ਸਿੰਘ ਭੁੱਲਰ ਔਰ ਬਸ ਹੋਰ ਵਕੀਲ। ਦੇ ਆਰ ਡੂਇੰਗ ਦੇਅਰ ਜੌਬ। ਅਸੀਂ ਤਾਂ ਸਿਰਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਐਡਵੋਕੇਟਸ ਨੂੰ ਕੋਆਰਡੀਨੇਟ ਕਰਕੇ ਇਕੱਠਾ ਕਰਕੇ ਰੋਜ਼ ਦਿਹਾੜੀ ਉਹਨਾਂ ਨਾਲ ਬਰੀਫ ਕਰਕੇ ਅੱਗੇ ਕੰਮ ਕਰਦੇ ਹੈਗੇ ਆ। ਤਾਂ ਇਸ ਮਾਮਲੇ 'ਚ ਉਹਨਾਂ ਦਾ ਸਪੋਰਟ ਹੈ ਜਿਹੜਾ ਉਹ ਐਜ਼ ਏ ਬਤੌਰ ਇੱਕ ਗੁਰਦੁਆਰਾ ਮੈਨੇਜਿੰਗ ਕਮੇਟੀ ਦੇ ਬੋਡੀ ਦੇ ਹੈਡ ਦੇ ਰੂਪ 'ਚ ਹੈ।
ਇਹ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ। ਪਰ ਮੇਰਾ ਸਵਾਲ ਇਸ ਲਈ ਸੀਗਾ ਕਿ ਲਗਾਤਾਰ ਮੀਡੀਆ 'ਚ ਜੋ ਖਬਰਾਂ ਆਉਂਦੀਆਂ ਨੇ ਉਹ ਇਸ ਢੰਗ ਨਾਲ ਆਉਂਦੀਆਂ ਨੇ ਕਿ ਸਾਰਾ ਕੰਮ ਸਰਸਾ ਹੀ ਕਰ ਰਿਹਾ, ਸੰਯੁਕਤ ਕਿਸਾਨ ਮੋਰਚਾ ਨਹੀਂ ਦਿਖਦਾ ਕਿਤੇ, ਜਦੋਂ ਕਿ ਤੁਸੀਂ ਫਾਈਨੈਂਸ਼ੀਅਲੀ ਵੀ ਬਹੁਤ ਖਰਚ ਕੀਤਾ ਹੋਣਾ। ਤੁਸੀਂ ਅੰਦਰ ਮੈਨੂੰ ਪਤਾ ਲੱਗਿਆ ਜਿਹੜੇ ਕੈਦੀ ਸੀਗੇ ਫੜੇ ਗਏ ਉਹਨਾਂ ਦੀ ਉਹਨਾਂ ਦੀ ਮੈਨੂੰ ਲੱਗਦਾ ਇਸ ਗੱਲ ਨੂੰ ਸਰਸਾ ਸਾਹਿਬ ਵੀ ਕਲੈਰੀਫਾਈ ਕਰ ਚੁੱਕੇ ਨੇ ਕਿ ਉਹ ਸੰਯੁਕਤ ਕਿਸਾਨ ਮੋਰਚੇ ਦਾ ਲੀਗਲ ਸੈੱਲ ਰਲ ਕੇ ਕੰਮ ਕਰ ਰਹੇ ਹੈਗੇ ਨੇ, ਫਿਰ ਇਹ ਸਵਾਲ ਹੀ ਨਹੀਂ ਬਚਦਾ। ਉਹਨਾਂ ਨੇ ਬੜੇ ਵਾਰੀ ਬੋਲਦੇ ਕਿਹਾ ਹੈ, ਜਦੋਂ ਅਸੀਂ ਜਾਂਦੇ ਹਾਂ ਜੇਲ੍ਹ ਤੋਂ ਰਿਲੀਜ਼ ਹੁੰਦੇ ਹਮੇਸ਼ਾ ਕਹਿੰਦੇ ਨੇ ਮੇਰੇ ਨਾਲ ਹੋ ਵੀ ਸੰਯੁਕਤ ਕਿਸਾਨ ਮੋਰਚਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕੋਆਰਡੀਨੇਟਡ ਐਫਰਟ ਹੈ। ਅਸੀਂ ਰੂਲ ਆਊਟ ਹੀ ਨਹੀਂ ਕਰਦੇ, ਅੰਦਰ ਨਹੀਂ ਕਰ ਰਹੇ, ਪਰ ਦਿਸ ਇਜ਼ ਨਾਟ ਅ ਪੋਲੀਟੀਕਲ ਇਸ਼ੂ। ਉਹ ਦਿੱਲੀ 'ਚ ਬੈਠੇ ਨੇ, ਜਮਾਨਤਾਂ ਦੇ ਭਰ ਚੁੱਕੇ ਆ ਤੇ ਅੰਦਰ ਜਿਹੜੇ ਸੀਗੇ ਉਹਨਾਂ ਦੀ ਕੁਝ ਕਹਿੰਦੇ ਸ਼ੁਰੂ 'ਚ ਹੈਲਪ ਦੋ ਤਿੰਨ ਚੀਜ਼ਾਂ ਅਸੀਂ ਕੀਤੀਆਂ। ਨੰਬਰ 1 ਤਾਂ ਜਿਹੜੇ ਕਿਸਾਨ ਸਾਰੇ ਅੰਦਰ ਗਏ ਨੇ ਉਹਨਾਂ ਦੀ ਕੁਝ ਮੋਨੀਟਰੀ ਹੈਲਪ ਕੀਤੀ, ਉਹ ਅਸੀਂ ਖੁਦ ਜਾ ਕੇ ਕਰਕੇ ਆਏ ਹਾਂ, ਠੀਕ ਹੈ। ਦੂਸਰਾ ਹੈਗਾ ਆ ਕਿ ਜੇ ਕੋਈ ਕਿਸਾਨ ਵੀਰ ਦੇ ਕੋਲੇ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਉਹ ਜ਼ਮਾਨਤ ਨਹੀਂ ਅਰੇਂਜ ਕਰ ਸਕਦਾ, ਜਿਹੜਾ ਬਿਲ ਬੌਂਡ ਸ਼ੋਰਟੀ ਦੇ ਰੂਪ 'ਚ ਮੰਗਿਆ ਜਾਂਦਾ, ਤਾਂ ਉਹ ਅਸੀਂ ਕਰ ਰਹੇ ਹੈਗੇ ਹਾਂ। ਮੋਸਟਲੀ ਲੋਕਾਂ ਨੂੰ ਅਸੀਂ ਅਪੀਲ ਵੀ ਕੀਤੀ ਹੈ, ਕਿਉਂਕਿ ਪੰਜਾਬ ਦੇ ਵਿੱਚੋਂ ਜੋ ਕੋਈ ਫਰਦ ਲੈ ਕੇ ਜਾਂਦਾ ਤਾਂ ਉਹਦੀ ਟਰਾਂਸਲੇਸ਼ਨ ਦੇ ਉੱਪਰ ਟਾਈਮ ਜਾਇਆ ਹੁੰਦਾ, ਇਸ ਕਰਕੇ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ FDR ਬਣਾ ਕੇ ਲੈ ਆਓ। ਉਹ ਪੈਸੇ ਕਿਸਾਨਾਂ ਕੋਲ ਰਹਿੰਦੇ ਨੇ। ਲਾਰਜਲੀ ਕਿਸਾਨਾਂ ਨੇ ਇਸੇ ਤਰ੍ਹਾਂ ਕੀਤਾ ਕਿ ਉਹ ਆਪਣਾ ਲੈ ਕੇ ਆਏ ਨੇ। ਜੇ ਇੱਕ ਦੋ ਕੇਸ ਹੁੰਦੇ, ਜਿਵੇਂ ਅੱਜ ਇੱਕ ਲੜਕੇ ਦੀ ਬੇਲ ਹੋਈ ਹੈ ਨਜਫਗੜ੍ਹ 46 ਨੰਬਰ FIR ਦੇ ਵਿੱਚ, ਮਨਪ੍ਰੀਤ ਹੈ ਬਠਿੰਡੇ ਤੋਂ, ਤੋ ਉਹਦਾ ਫਾਦਰ ਹੈਂਡੀਕੈਪਟ ਹੈ, ਮਦਰ ਉਹਦੇ ਹੈ ਨਹੀਂ, ਔਰ ਜਦੋਂ ਉਹਨੂੰ ਅਸੀਂ ਜੇਲ੍ਹ 'ਚ ਮਿਲੇ ਆ, ਰੋਣੀ ਜੇਲ੍ਹ 'ਚ ਬੰਦ ਆ, ਤਾਂ ਉਸਨੇ ਇਹ ਪੁਆਇੰਟ ਲਿਆਂਦਾ ਸੀਗਾ ਵੀ ਮੇਰੇ ਲਈ ਦਿੱਕਤ ਆਊ, ਤਾਂ ਅਸੀਂ ਇਨਸ਼ੋਰ ਕੀਤਾ ਵੀ ਡੋਂਟ ਵਰੀ। ਕੱਲ ਵੀ ਇੱਕ ਵੀਰ ਦੀ ਇਸੇ ਤਰ੍ਹਾਂ ਕੀਤੀ ਹੈ, ਰਲ ਮਿਲ ਕੇ ਹੀ ਕਿਸਾਨ ਕਰ ਰਹੇ ਆ। ਉਹਦੇ 'ਚ ਕਈ ਵਾਰੀ ਕੋਈ ਕਿਸਾਨ ਅੱਗੇ ਆ ਜਾਂਦਾ, ਜਿੱਥੇ ਕੋਈ ਏਦਾਂ ਦੀ ਦਿੱਕਤ ਆਉਂਦੀ ਹੈ ਤਾਂ ਉੱਥੇ ਸੰਯੁਕਤ ਕਿਸਾਨ ਮੋਰਚਾ ਖੜਿਆ, ਡਟ ਕੇ ਨਾਲ ਖੜਿਆ। ਇੱਕ ਅਸੀਂ ਨਾ ਇੱਕ ਸੈਕਿੰਡ ਸੀ ਕਿ ਯੂਨਾਈਟਿਡ ਸਿਕਸ ਵਾਲੀ ਬੜੀ ਕੰਟਰੋਵਰਸੀ ਉਹ ਕਲੀਅਰ ਕਰਦੀ ਹੈ ਇੱਥੇ। ਯੂਨਾਈਟਿਡ ਸਿਕਸ ਨੇ ਉਹ ਭਾਵੇਂ ਉੱਥੇ ਇੱਕ ਮੈਡੀਕਲ ਕੈਂਪ ਉੱਥੇ ਸਾਡੇ ਚੱਲਦਾ ਹੈ ਉਹ, ਪਰ ਉਹ ਲੀਗਲ ਲੰਗਰ ਵੀ ਹੈ ਉਹਨਾਂ ਦਾ, ਪਰ ਲੀਗਲ ਸਾਈਡ ਦੇ ਵਿੱਚ ਉਹ ਸਾਡੇ ਨਾਲ ਨਾ ਕੋਆਪਰੇਟ ਕੀਤਾ, ਨਾ ਹੀ ਕੋਈ ਕੋਆਰਡੀਨੇਟ ਐਫਰਟ ਸੀ। ਉਹਨਾਂ ਪਿਛਲੇ ਸਮੇਂ ਦੇ ਵਿੱਚ ਫੇਸਬੁੱਕ ਤੇ ਵੀ ਕੁਝ ਅਖਬਾਰਾਂ 'ਚ ਵੀ ਆਇਆ ਕਿ ਉਹਨਾਂ ਨੇ ਕੋਈ ਫੰਡ ਰੇਜ਼ ਕਰਨਾ ਸ਼ੁਰੂ ਕੀਤਾ ਇਨ ਦਾ ਨੇਮ ਆਫ ਲੀਗਲ ਏਡ, ਕਿ ਅਸੀਂ ਕੋਈ ਕਿਸਾਨਾਂ ਦੀਆਂ ਜ਼ਮਾਨਤਾਂ ਕਰਾਉਣੀਆਂ, ਕੋਈ ਟਰਾਇਲ ਹੈ, ਹੋਰ ਇਸ ਤਰ੍ਹਾਂ। ਉਹ ਅਸੀਂ ਇਹਨੂੰ ਫਿਰ ਕੰਡੈਮ ਕੀਤਾ, ਇੱਕਦਮ ਬੁਲਾ ਕੇ ਵੀ ਕੀਤਾ ਉਹਨਾਂ ਨੂੰ ਕਿ ਤੁਸੀਂ ਬਿਲਕੁਲ ਇਸ 'ਚ ਕੋਈ ਐਫਰਟ ਨਹੀਂ ਹੈ, ਨਾ ਤੁਸੀਂ ਇਹ ਵੀ ਕੁਝ ਕੀਤਾ ਹੈ, ਇਹ ਸਾਰੀ ਐਫਰਟ ਸੰਯੁਕਤ ਕਿਸਾਨ ਮੋਰਚਾ ਜਾਂ ਦਿੱਲੀ ਵਾਲੀ ਕਮੇਟੀ ਦੀ ਹੈ। ਇਸ ਲਈ ਤੁਸੀਂ ਬਰਾਏ ਮਿਹਰਬਾਨੀ ਇਹ ਕਨਫਿਊਜ਼ਨ ਕ੍ਰੀਏਟ ਨਾ ਕਰੋ, ਕਿਉਂਕਿ ਸਾਡੀ ਤਾਂ ਇੱਕ ਵਲੰਟਰੀ ਸਰਵਿਸ ਹੈ। ਅੱਜ ਤੱਕ ਸਾਰੇ ਪੰਜਾਬ 'ਚ ਕਿਸੇ ਕਿਸਾਨ ਨੂੰ, ਜਿਹੜੇ ਨੌਜਵਾਨ ਬਾਹਰ ਆਏ ਨੇ, ਕੋਈ ਹੱਥਕੜਾ ਕਰਕੇ ਕਹੇ ਕਿਸੇ ਦਾ ਇੱਕ ਪੈਸਾ ਖਰਚ ਹੋਇਆ ਹੋਵੇ, ਕਿਸੇ ਦਾ ਇੱਕ ਪੈਸਾ ਖਰਚ ਨਹੀਂ ਹੋਇਆ, ਨਾ ਸ਼ੋਰਟੀ ਦੇਣ ਦੇ ਉੱਪਰ। ਉਹਨਾਂ ਨੇ ਸ਼ੋਰਟੀ ਦਿੱਤੀ ਹੈ ਆਪਣੀ ਲਿਆ ਕੇ, ਉਸਦੀ ਜਿਹੜਾ ਨਹੀਂ ਸੀ ਦੇ ਸਕਦਾ ਉਸੇ ਅਰੇਂਜ ਕੀਤਾ ਹੈ, ਬਲਕਿ ਮੋਨੀਟਰੀ ਹੈਲਪ ਕੀਤੀ ਹੈ। ਔਰ ਸਾਰਿਆਂ ਨੂੰ ਅੱਜ ਵੀ ਐਲਾਨ ਹੈ ਕਿ ਕੋਈ ਵੀ ਜੇ ਇਸ ਨਾਂ ਤੇ ਕੋਈ ਪਿੰਡਾਂ 'ਚ ਕੋਈ ਹੋਰ ਪੈਸਾ ਇਕੱਠਾ ਕਰੇ, ਬਿਲਕੁਲ ਨਾ ਦਿੱਤਾ ਜਾਏ। ਸੰਯੁਕਤ ਕਿਸਾਨ ਮੋਰਚਾ ਵਚਨਬੱਧ ਹੈ ਸਾਰਿਆਂ ਨੂੰ ਇੱਕ ਇੱਕ ਨੂੰ ਬਾਹਰ ਕਢਾਉਣ ਲਈ, ਸਾਰਿਆਂ ਦੇ ਟਰਾਇਲ ਲੜਨ ਲਈ। ਸਾਡੇ ਕੋਲ ਬਹੁਤ ਵੱਡੀ ਟੀਮ ਹੈ ਜਿਹੜੀ ਫ੍ਰੀ ਐਂਡ ਵਲੰਟਰੀ ਸਰਵਿਸ ਪ੍ਰੋਵਾਈਡ ਕਰ ਰਹੀ ਹੈ। ਇਹ ਅਸੀਂ ਉਹਨਾਂ ਨੂੰ ਸਾਫ਼ ਕਿਹਾ। ਅਕਸਰ ਲੋਕ ਸਵਾਲ ਖੜੇ ਕਰ ਦਿੰਦੇ ਆ ਕਿ ਪੈਸੇ ਦਾ ਹਿਸਾਬ ਕਿਤਾਬ ਕਿਵੇਂ ਮਤਲਬ ਰੱਖਿਆ ਜਾਂਦਾ ਹੋਊਗਾ, ਕਿਉਂਕਿ ਕੁਝ ਨਿੱਜੀ ਤੌਰ ਤੇ ਵੀ ਇਕੱਠੇ ਕਰਦੇ, ਇੱਕ ਬਾਸੀ ਪੱਤਰਕਾਰ ਆ ਕੋਈ, ਉਹ ਵੀ ਇਕੱਠੇ ਕਰ ਰਿਹਾ ਵਿਦੇਸ਼ ਦਾ। ਇਸ ਤਰ੍ਹਾਂ ਦੇ ਜਿਹੜਾ ਤਾਂ ਰੁਕੇਗਾ ਜੇ ਤੁਸੀਂ ਆਪਣੀ ਦੱਸੋਗੇ ਕਿ ਸਾਡਾ ਜਿਹੜਾ ਸਾਨੂੰ ਇੰਨਾ ਪੈਸਾ ਆਇਆ, ਇੰਨਾ ਸਾਡੇ ਕੋਲ ਆ, ਇੰਨਾ ਅਸੀਂ ਖਰਚ ਕਰਦੇ ਹਾਂ। ਉਹ ਅਲੱਗ ਪਾਰਟ ਹੈ, ਦੱਸ ਦੇਣਗੇ। ਕਿਸਾਨ ਏਕਤਾ ਮੋਰਚਾ ਦੇ ਪੇਜ ਦੇ ਉੱਪਰ ਪਹਿਲਾਂ ਇੱਕ ਦਿਨ ਸਟੇਜ ਤੋਂ ਵੀ ਅਨਾਉਂਸ ਕੀਤਾ ਗਿਆ। ਕਿਸਾਨ ਏਕਤਾ ਮੋਰਚਾ ਦੇ ਪੇਜ ਦੇ ਉੱਪਰ 2 ਦਿਨ ਪਹਿਲਾਂ ਹੀ ਸਰਦਾਰ ਅਮਰੀਕ ਸਿੰਘ, ਜਿਹੜੇ BKU ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਜਲੰਧਰ ਦੇ, ਔਰ ਉਹ ਇਸ ਗੱਲ ਨੂੰ ਕਲੈਰੀਫਾਈ ਕਰਨ ਲਈ ਵੀ ਆਏ ਸੀ। ਇੱਕ ਇੱਕ ਪੈਸੇ ਦਾ ਹਿਸਾਬ ਮੈਂ ਖੁਦ ਐਕਸਪੈਂਡੀਚਰ ਕਮੇਟੀ 'ਚ ਵੀ ਹਾਂ। ਅਸੀਂ ਜੇ ਕੋਈ ਕਿਸਾਨਾਂ ਦੇ ਰਸਤੇ 'ਚ ਆਉਂਦੇ ਜਾਂਦੇ ਐਕਸੀਡੈਂਟ ਹੋਇਆ ਤਾਂ ਉਸ ਮਾਮਲੇ 'ਚ ਵੀ ਹੈਲਪ ਐਕਸਟੈਂਡ ਕੀਤੀ ਹੈ। ਜੇ ਕੋਈ ਕਿਸਾਨ ਬਿਮਾਰ ਹੋਏ ਜਾਂ ਉੱਥੇ ਇਲਾਜ ਹੋਇਆ, ਉਸ ਮਾਮਲੇ 'ਚ ਵੀ ਉਹਨਾਂ ਨੂੰ ਇੱਕ ਕਿਸਮ ਦਾ ਮੈਡੀਕਲ ਰਿਲੀਫ ਹੈ ਜਿਹੜੀ ਉਹ ਦਿੱਤੀ ਹੈਗੀ ਆ, ਔਰ ਇਹਦੇ ਤੇ ਕਾਫੀ ਖਰਚਾ ਜਿਹੜਾ ਹੋਇਆ ਹੈਗਾ ਹੈ। ਇਸ ਤੋਂ ਇਲਾਵਾ ਆ ਜਿਹੜੇ ਹੁਣ ਕਿਸਾਨ ਵੀ ਅੰਦਰ ਗਏ ਨੇ, ਇਸ ਮਾਮਲੇ 'ਚ ਵੀ ਸਾਰੇ ਐਫਰਟਸ ਦੇ ਉੱਪਰ ਕੁਝ ਖਰਚ ਹੋਇਆ। तो ਆਲਮੋਸਟ ਸਾਰੇ ਦਾ ਹਿਸਾਬ ਕਿਤਾਬ ਹੈ। ਟੈਂਟਸ ਦੇ ਉੱਪਰ, ਦੋਹਾਂ ਬਾਰਡਰਸ ਦੇ ਉੱਪਰ, ਤਿੰਨਾਂ ਦੇ ਉੱਪਰ ਸਾਊਂਡ ਚੱਲਦੀ ਹੈ। ਸਿੰਘੂ ਬਾਰਡਰ ਦੇ ਉੱਪਰ 9-9.5 ਕਿਲੋਮੀਟਰ ਲੰਬੀ ਸਾਊਂਡ ਹੈ, ਔਰ ਲਾਈਟਿੰਗ ਦਾ ਜਿਹੜਾ ਇਹ ਸਾਰਾ ਕੁਝ ਅਸੀਂ ਇੱਕ ਕਿਸਮ ਨਾਲ ਰੈਂਟ ਤੇ ਅਰੇਂਜ ਕਰਕੇ ਕੀਤਾ ਹੈ। ਟੈਂਟ ਹੈ ਜਿਹੜਾ ਵਾਟਰਪ੍ਰੂਫ ਟੈਂਟ, ਸਾਰਾ ਕੁਝ ਜਿਹੜਾ ਸਟੇਜ, ਹੋਰ ਇਹ ਜੋ ਪੈਸਾ ਲੋਕਾਂ ਨੇ ਡੋਨੇਟ ਕੀਤਾ ਆ ਉਸ ਦੇ ਵਿੱਚੋਂ ਚੱਲ ਰਿਹਾ।
ਔਰ ਜੇ ਇਸ 'ਚ ਘਾਟ ਪਊਗੀ ਤਾਂ ਸਾਡਾ ਡੋਨੇਸ਼ਨ ਨਹੀਂ, ਫਿਰ 32 ਆਰਗੇਨਾਈਜੇਸ਼ਨਾਂ ਨੇ ਉਹ ਇਸ ਨੂੰ ਟੇਕ ਓਵਰ ਕਰਨ ਲਈ ਰੈਡੀ ਨੇ, ਬਿਲਕੁਲ ਰੈਡੀ ਨੇ ਇਸ ਵਾਰ। ਇੱਕ ਮਸ਼ੀਨਰੀ ਵਾਲਾ ਹਾਂ, ਸਵਾਲ ਉਹ ਮੈਂ ਉਹ ਵੀ ਕਵਰ ਕਰ ਦੇਣਾ। ਉਹ ਰਿਲੀਜ਼ ਹੋਇਆ ਕਿ ਹਾਂਜੀ ਹਾਂ 20 ਦੇ ਕਰੀਬ ਟਰੈਕਟਰ ਨੇ, ਜਿਨ੍ਹਾਂ ਚੋਂ 2-3 ਹੀ ਨੇ ਜਿਹੜੇ FIRs ਦੇ ਵਿੱਚ ਨੇ, ਬਾਕੀ ਉਹਨਾਂ ਨੇ ਉਸ ਤਰ੍ਹਾਂ ਰੱਖੇ ਬਾਕੀ ਹੋਏ ਨੇ, ਵੈਸੇ ਔਰ ਉਹਦੇ ਲਈ ਅਸੀਂ ਆਲਰੇਡੀ ਵਰਕਆਊਟ ਸ਼ੁਰੂ ਕਰ ਕੋਈ ਚੁੱਕੇ ਫਿਗਰ ਹੈ ਆਈਡੀਆ ਕਿੰਨੇ 20 ਟਰੈਕਟਰ। ਇੱਕ ਪੰਗੂ ਸਾਹਿਬ, ਇੱਕ ਆਪਣੇ ਲੈਵਲ ਤੇ ਵੀ ਕੁਝ ਜਥੇਬੰਦੀਆਂ ਕਿਸਾਨ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜਾਂ ਅਸੀਂ ਆਪਾਂ ਮੰਨਦੇ ਹਾਂ ਘਰਾਂ 'ਚ ਜਾ ਕੇ ਮਦਦ ਕਰਦੇ ਆ, ਉਹ ਤਾਂ ਕੋਈ ਮਾੜਾ ਪੱਖ ਨਹੀਂ, ਉਹਦੀ ਤਾਂ ਤੁਸੀਂ ਕਹਾਂਗੇ ਚਲੋ ਠੀਕ ਹੈ। ਨਹੀਂ ਕੋਈ ਮਾੜਾ ਪੱਖ ਨਹੀਂ ਹੈ। ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਵੀ ਕੀਤਾ ਅਸੀਂ ਵੀ ਜਦੋਂ ਮੋਰਚੇ ਦੀ ਸਮਾਪਤੀ ਤੋਂ ਬਾਅਦ ਜਿੰਨਾ ਵੀ ਫੰਡ ਖਰਚਾਂ ਤੋਂ ਬਾਅਦ ਸਾਡੇ ਕੋਲ ਬਚਣਾ ਹੈ ਉਹ ਸ਼ਹੀਦ ਪਰਿਵਾਰਾਂ ਨੂੰ ਹੀ ਜਾਣਾ ਹੈ। ਅਜੇ ਵੀ ਸ਼ਹੀਦ ਪਰਿਵਾਰਾਂ ਦੀ ਮਦਦ ਹੋ ਰਹੀ ਹੈ ਜੀ, ਬੜੀਆਂ ਥਾਵਾਂ ਤੋਂ ਐਕਸੀਬਿਸ਼ਨ ਵੀ ਕਰ ਰਹੇ ਨੇ। ਹੁੰਦੀ ਆ ਮਤਲਬ ਆਨਲਾਈਨ ਉਹ ਕਿਦਾਂ, ਕਿਉਂਕਿ ਉਹਨਾਂ ਨੂੰ ਇੱਕ ਸਵਾਲ ਉੱਠਦੇ ਸੀਗੇ ਕਿ ਉਹਨਾਂ ਨੂੰ ਖਤਰਾ ਵੀ ਹੈ ਕਿ ਪਰਚੇ ਦਰਜ ਹੋ ਸਕਦੇ। ਮੈਂ ਸਿਰਫ ਇੱਕ ਗੱਲ ਕਹਾਂ, ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸ਼ਹੀਦ ਪਰਿਵਾਰਾਂ ਦੇ ਦੀ ਮਦਦ ਕਰਨ ਲਈ ਸਾਡੇ ਤੋਂ ਲਿੰਕ ਮੰਗਿਆ ਸੀ। ਅਸੀਂ ਉਸ ਲਈ ਇੱਕ ਆਨਲਾਈਨ ਲਿੰਕ ਬਣਾਇਆ ਹੋਇਆ, ਜੇ ਤੁਸੀਂ ਵੀ ਚਾਹੋਗੇ ਤੁਹਾਨੂੰ ਵੀ ਦੇਵਾਂਗੇ। ਉਹਦੇ 'ਚ ਅਪਡੇਟ ਕਰਦੇ ਰਹਿੰਦੇ ਆ ਜਿਹੜੇ ਕਿਸਾਨ ਸ਼ਹੀਦ ਹੋਏ ਨੇ। ਅਸੀਂ ਆਪਣੀ ਇੱਕ ਪੋਜੀਸ਼ਨ ਲਿੱਤੀ ਹੈ, ਜੇ ਕੋਈ ਸੰਸਥਾ ਕਰਨਾ ਚਾਹੁੰਦੀ ਹੈ, ਉਹ ਆਪਣੇ ਪੱਧਰ ਤੇ ਮਦਦ ਕਰਨਾ ਚਾਹੁੰਦੀ ਹੈ ਤਾਂ ਪਰਿਵਾਰਾਂ ਨਾਲ ਸੰਪਰਕ ਡਾਇਰੈਕਟਲੀ ਕਰ ਸਕਦੇ ਹੈ। ਜਿਵੇਂ ਦਿਲਜੀਤ ਦੋਸਾਂਝ ਉਹਨਾਂ ਨੇ ਮਦਦ ਕੀਤੀ ਸੀ, ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਜੇ ਤੁਸੀਂ ਸ਼ਹੀਦ ਪਰਿਵਾਰਾਂ ਲਈ ਮਦਦ ਕਰਨੀ ਹੈ ਤੇ ਤੁਸੀਂ ਡਾਇਰੈਕਟ ਕਰੋਗੇ, ਅਸੀਂ ਤੁਹਾਨੂੰ ਲਿਸਟ ਪ੍ਰੋਵਾਈਡ ਕਰਾਂਗੇ। ਇਸ ਮਾਮਲੇ 'ਚ ਅਸੀਂ ਨਹੀਂ ਆਵਾਂਗੇ। ਜਿੱਥੋਂ ਤੱਕ ਸਾਡੇ ਕੋਲੇ ਜਿਹੜਾ ਫੰਡ ਸੰਯੁਕਤ ਕਿਸਾਨ ਮੋਰਚਾ ਕੋਲੇ ਆ, ਐਟ ਦਾ ਟਿਲ ਐਂਡ ਆਫ ਦਾ ਜਦੋਂ ਮੋਰਚਾ ਹੋ ਜਾਊਗਾ ਤਾਂ ਉਸ 'ਚ ਜਿੰਨੀਆਂ ਸ਼ਹਾਦਤਾਂ ਹੋਣਗੀਆਂ ਉਹ ਸਾਰਾ ਪੈਸਾ ਜੋ ਬਚੂਗਾ ਉਹ ਇਕੁਅਲੀ ਡਿਸਟ੍ਰੀਬਿਊਟ ਕਰ ਦਿੱਤਾ ਜਾਣਾ। ਉਹ ਅਸੀਂ ਆਪਣੇ ਕੋਲੇ ਨਹੀਂ ਰੱਖਣਾ, ਬਿਲਕੁਲ ਇਕੁਅਲੀ ਡਿਸਟ੍ਰੀਬਿਊਟ ਕਰਾਂਗੇ। ਐਂਡ ਟ੍ਰਾਂਸਪੇਰੈਂਟ ਰੂਪ 'ਚ ਸਾਫ਼ ਪਾਰਦਰਸ਼ੀ ਕੰਮ ਹੈ। ਤੁਹਾਡੇ 'ਚੋਂ ਕੋਈ ਵੀ ਬੰਦਾ ਕਿਸੇ ਵੀ ਦਿਨ ਆ ਜਾਓ, ਵੈਰੀਫਾਈ ਕਰ ਲਓ, ਸਭ ਕੁਝ ਆਪਾਂ ਵੈਬਸਾਈਟ ਤੇ ਕਿਉਂ ਨਹੀਂ ਪਾਉਂਦੇ ਜੀ? ਪਾ ਦਿਆਂਗੇ ਵੀਰ ਜੀ, ਕੋਈ ਗੱਲ ਨਹੀਂ, ਪਾ ਦੇਵਾਂਗੇ। ਉਹ ਵੀ ਪ੍ਰੋਸੈਸ ਚੱਲ ਰਿਹਾ। ਕਿਸਾਨ ਏਕਤਾ ਮੋਰਚਾ ਦੇ ਪੇਜ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਕਰ ਦਵਾਂਗੇ ਜਿਹੜਾ ਸਟਿਲ ਕੋਈ ਡੇਟ, ਇੱਕ ਦਿਨ ਡੇਟ ਰੱਖ ਕੇ, ਕਿਉਂਕਿ ਹਾਲੇ ਕੰਟੀਨਿਊਟੀ 'ਚ ਹੈਗਾ ਆ ਰਿਹਾ, ਤਾਂ ਇਸ ਕਰਕੇ ਇਸ ਨੂੰ ਫਾਈਨਲ ਫੁੱਲ ਐਂਡ ਫਾਈਨਲ ਫਿਗਰ ਨਹੀਂ, ਉਹ ਤਾਂ ਐਜੀਟੇਸ਼ਨ ਖਤਮ ਹੋਣ ਤੇ ਹੀ ਬਾਹਰ ਆਊਗੀ ਸਾਰੇ। तो एक बात है, ਇਹ ਕੰਮ ਚੱਲ ਰਿਹਾ। ਪ੍ਰੋਬਲਮ ਇਹ ਹੋਈ ਕਿ 26 ਤੋਂ ਬਾਅਦ ਵਾਲੇ ਚ ਸਾਡੇ ਕੋਲੇ ਕੰਮ ਦਾ ਬਰਡਨ ਵੱਧ ਗਿਆ, ਹੋ ਸਕਦਾ ਨਹੀਂ ਤਾਂ ਹੁਣ ਤੱਕ ਹੋ ਜਾਂਦਾ। ਸਰ ਚਲੋ ਹੋ ਜਾਏਗਾ। ਰਣਜੀਤ ਸਿੰਘ ਕਾਜ਼ਮਪੁਰ ਜਿਹੜਾ ਲਗਾਇਆ ਉਹਦੇ ਤੇ ਜ਼ੁਲਮ ਕਰਨੇ ਵਾਲੇ ਤੇ ਔਰ ਕੇਸਾਂ ਦੀ ਬੇਅਦਬੀ ਕਰਨੇ ਵਾਲੇ ਦੇ ਕੋਈ ਕੇਸ ਹੋਇਆ ਹੈ ਤਾਂ ਇਸ ਦੇਖੋ ਅਸੀਂ ਸਭ ਤੋਂ ਪਹਿਲਾ ਪੁਆਇੰਟ ਮੈਂ ਸਭ ਅਸੀਂ ਕਲੈਰੀ ਕਰਨਾ ਹੈ, ਰਾਤ ਵੀ ਅਸੀਂ ਉੱਥੇ ਕਲੈਰੀਫਾਈ ਕੀਤਾ। ਸਭ ਤੋਂ ਪਹਿਲਾਂ ਸਾਡੀ ਜ਼ਰੂਰਤ ਸੀ ਬੇਲ ਕਰਾਉਣ ਦੀ, ਉਸ ਤੋਂ ਬਾਅਦ ਚ ਅਸੀਂ ਐਵੀਡੈਂਸ ਕਲੈਕਟ ਕਰ ਰਹੇ ਹਾਂ। ਰਣਜੀਤ ਦੇ ਮਾਮਲੇ ਸਰਟੇਨ ਐਵੀਡੈਂਸ ਹੈਗਾ, ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਸੀਂ ਫਾਈਲ ਕਰਾਂਗੇ। ਪਹਿਲਾਂ ਹੋਰ ਕਿਸੇ ਤੇ ਕੀਤੀ ਹੈ ਜੀ, ਹੋਰ ਕਿਸੇ ਇਹ ਬੇਲ ਆਊਟ ਕਰਾਉਣ ਤੋਂ ਬਾਅਦ ਸਾਡੀ ਜਿਹੜੀ ਆਪਣੀ ਇੱਕ ਸਟ੍ਰੈਟਜੀ ਬਣਾਈ ਸੀ, ਪ੍ਰਾਇੋਰਟੀ ਸਾਡੀ ਕਿਸਾਨਾਂ ਨੂੰ ਬਾਹਰ ਲਿਆਉਣ ਤੇ ਸੀ, ਉਸ ਤੋਂ ਬਾਅਦ ਇਸ ਤੇ ਨੈਕਸਟ ਸਟੈਪ ਹੈ ਜਿਹੜਾ ਇਹਦਾ ਇਸ ਤਰ੍ਹਾਂ ਨਾ ਦੇਖੋ, ਜਿਹੜੇ ਟੌਰਚਰ ਨੇ, ਟੌਰਚਰ ਬਹੁਤ ਕਿਸਾਨਾਂ ਤੇ ਹੋਇਆ। ਜਦ ਪੁਲਿਸ ਕਸਟਡੀ 'ਚ ਗਏ, ਜੁਡੀਸ਼ੀਅਲ ਰਿਮਾਂਡ ਲੈਣ ਤੋਂ ਪਹਿਲਾਂ ਅਸੀਂ ਜੇਲ੍ਹ 'ਚ ਮਿਲੇ ਜਾ ਕੇ ਕਿੰਨੇ ਨੇ ਸਾਨੂੰ ਦਿਖਾਇਆ ਆਪਣੇ ਸਾਰੇ ਜਿਸਮ ਦੇ ਉੱਪਰ ਸੱਟਾਂ ਲੱਗੀਆਂ ਹੋਈਆਂ, ਭਾਵੇਂ ਮੈਡੀਕਲ ਹੋ ਗਿਆ ਸੀ, ਉਹ ਕਿੰਨਾਂ ਨੇ ਕੀਤਾ। ਅਸੀਂ ਉਹ ਸਾਰਿਆਂ ਦਾ ਇੱਕ ਇੱਕ ਕਰਕੇ ਉਹ ਐਵੀਡੈਂਸ ਕਲੈਕਟ ਕਰ ਰਹੇ ਹਾਂ। ਅਸੀਂ ਉਸ ਤੋਂ ਬਾਅਦ ਜਿਹੜੇ ਰਿਸਪੌਂਸਿਬਿਲਿਟੀ ਹੋਣਗੇ ਉਹਨਾਂ ਦੇ ਖਿਲਾਫ ਇਸਤਗਾਸੇ ਕੰਪਲੇਂਟ ਵੀ ਫਾਈਲ ਕਰਾਂਗੇ, ਐਕਸ਼ਨ ਵੀ ਉਹਨਾਂ ਦੇ ਖਿਲਾਫ ਲਿੱਤਾ ਜਾਏਗਾ। ਹਾਂਜੀ ਹਾਂ, ਤੁਸੀਂ ਦੱਸਿਆ ਕਿ ਕੋਰਟ ਨੇ ਕਮਿਸ਼ਨਰ ਪੁਲਿਸ ਨੂੰ ਆਖਿਆ ਦਿੱਲੀ ਕਿ ਹਾਂਜੀ ਹਾਂ ਇਨਕੁਆਇਰੀ ਕਰੋ ਕੇਸਾਂ ਦੀ ਜਿਹੜੇ ਯੈਸ। ਉਹਦਾ ਕੋਈ ਸ਼ੁਰੂ ਹੋਈ, ਉਹਦੀ ਕੋਈ ਗੱਲ ਦੱਸ ਨਹੀਂ, ਕਮਿਸ਼ਨਰ ਪੁਲਿਸ ਨੇ ਨਹੀਂ ਕਰਨੀ ਇਨਕੁਆਇਰੀ, ਅਸੀਂ ਜੁਡੀਸ਼ੀਅਲ ਇਨਕੁਆਇਰੀ ਡਿਮਾਂਡ ਕੀਤੀ ਹੈ। ਅਸੀਂ ਓਰੀਜਨਲੀ ਇੱਕ ਰਿਪਰੈਜ਼ੈਂਟੇਸ਼ਨ ਦਿੱਲੀ ਸਰਕਾਰ ਨੂੰ, CM ਨੂੰ ਸੌਂਪਿਆ ਸੀ, ਭਾਵੇਂ ਉਹ ਉਹਨਾਂ ਦੀ ਕੰਪੀਟੈਂਸੀ ਹੈ ਕਿ ਨਹੀਂ ਹੈ, ਤਾਂ ਉਹ ਕਹਿੰਦੇ ਸੀ ਵੀ ਸੈਂਟਰਲ ਹੋਮ ਮਿਨਿਸਟਰ ਨੂੰ ਰੈਫਰ ਕਰਾਂਗੇ। ਪਰ ਅਸੀਂ ਤਾਂ ਥਰੂ ਯੋਰ ਚੈਨਲਸ, ਥਰੂ ਮੀਡੀਆ ਪਬਲਿਕਲੀ ਡਿਮਾਂਡ ਕਰਦੇ ਹਾਂ ਫਰੋਮ ਕਿ ਇਸ ਲਈ ਜੁਡੀਸ਼ੀਅਲ ਇਨਕੁਆਇਰੀ ਫ੍ਰੀ ਐਂਡ ਫੇਅਰ ਟੋਟਲ ਇਨਵੈਸਟੀਗੇਸ਼ਨ ਕਰਨ ਲਈ, ਜਾਂਚ ਕਰਨ ਲਈ, ਇਹ ਕਨਸਪੀਰੇਸੀ ਨੂੰ ਅਨਰੈਵਲ ਕਰਨ ਲਈ ਆਰਡਰ ਕੀਤੀ ਜਾਏ। ਤਾਂ ਸਰਕਾਰ ਕਿਉਂਕਿ ਭਾਂਤ ਦੀਆਂ ਗੱਲਾਂ ਕਰ ਰਹੀ ਹੈ ਵੀ ਕਿਸਾਨਾਂ ਦਾ ਕੋਈ ਫਾਲਟ ਹੈ, ਉਹਦਾ ਫਾਲਟ ਹੈ, ਤਾਂ ਇਹ ਗੱਲ ਸਾਫ਼ ਹੋ ਜਾਏ। ਤਾਂ ਹੀ ਅਸੀਂ ਮੰਗ ਕੀਤੀ ਹੈ। 1-2 ਮਿੰਟ ਲਈ ਸਾਡੇ ਜਿੰਦਰ ਕਰੀਏ ਸ਼ੁਰੂ। ਸਾਰਿਆਂ ਨਾਲ ਪਹਿਲਾਂ ਭਾਜੀ ਜਾਣ ਪਛਾਣ। ਹਾਂਜੀ, ਉਹ ਤਾਂ ਪਹਿਲੀ ਗੱਲ ਹੈ ਜੀ, ਉਹ ਪਹਿਲੀ ਗੱਲ ਹੈ। ਨਹੀਂ ਬੜਾ ਜ਼ਰੂਰੀ ਹੈ, ਉਹ ਤਾਂ ਸ਼ੁਰੂ ਮੈਥੋਂ। ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪੱਤਰਕਾਰ ਸਾਹਿਬਾਨ, ਜਿਹੜੇ ਸਾਡੇ ਬਹੁਤ ਹੀ ਘੱਟ ਸਮੇਂ ਦੇ ਸੱਦੇ ਤੇ ਵੱਡੀ ਗਿਣਤੀ 'ਚ ਪਹੁੰਚੇ,
ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇਹ ਪ੍ਰੈਸ ਕਾਨਫਰੰਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਲੀਗਲ ਪੈਨਲ ਜੇਲ੍ਹਾਂ ਦੇ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ, ਉਹਨਾਂ ਦੇ ਝੂਠੇ ਮੁਕੱਦਮੇ ਦੇ ਖਿਲਾਫ ਔਰ ਰਿਪਰੈਸ਼ਨ ਜਿਹੜਾ ਕਿਸਾਨ ਮੂਵਮੈਂਟ ਤੇ ਜਾਂ ਦੂਜੀ ਮੂਵਮੈਂਟ ਤੇ ਹੋ ਰਿਹਾ ਉਹਦੇ ਖਿਲਾਫ ਲੜਨ ਦੇ ਲਈ ਬਣਾਇਆ ਗਿਆ ਸੀ, ਉਸ ਲੀਗਲ ਪੈਨਲ ਵੱਲੋਂ ਇਹ ਅੱਜ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਰੱਖੀ ਗਈ ਹੈ। ਅਸੀਂ ਸਿੰਘੂ ਬਾਰਡਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਮੇਸ਼ਾ ਅਪਡੇਟ ਬਰੀਫ ਕਰਦੇ ਰਹਿੰਦੇ ਹਾਂ ਉੱਥੇ, ਪਰ ਇਹ ਅਸੀਂ ਸੋਚਿਆ ਕਿ ਚੰਡੀਗੜ੍ਹ ਕਿਉਂਕਿ ਪੰਜਾਬ ਤੋਂ ਬਹੁਤ ਜ਼ਿਆਦਾ किसान और नौजवान जोड़े बच्चे भी सन। इसी के साथ अगर आप इस वीडियो को फेसबुक पर देख रहे हैं तो पेज को जरूर लाइक करें। अगर आप इस वीडियो को यूट्यूब पे देख रहे हैं तो हमारे इस चैनल को सब्सक्राइब करें, साथ ही लगे बेल आइकन को भी दबाएं ताकि हर नोटिफिकेशन आप तक जल्द से जल्द पहुंच सके। हमारे साथ जुड़े रहने के लिए आपका तहे दिल से धन्यवाद। थैंक यू।